FM 90.4 ਅਵਤਾਰ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਦੁਆਰਾ ਫਿਰ ਸਵਾਗਤ ਕਰਦੇ ਹਾਂ ਜੀ। ਮਾਫੀ ਚਾਹਾਂਗੇ ਕਿ ਤੁਸੀਂ ਕਾਫੀ ਉਡੀਕ ਕੀਤੀ। ਸੋ ਸਾਡੇ ਧੰਜੂ ਸਾਹਿਬ ਥੋੜਾ ਲੇਟ ਹੋ ਗਏ ਸੀ ਅੱਜ, ਹੈ ਨਾ। ਸੋ ਚਲੋ ਕੋਈ ਨਹੀਂ, ਦੇਰ ਆਏ ਦਰੁਸਤ ਆਏ, ਹੈ ਨਾ। ਸੋ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸਾਂਝ ਵਿੱਚ ਤੁਹਾਡਾ। शुक्रिया जी अमनदीप जी, शुक्रिया बहुत। ਅੱਜ ਧੰਜੂ ਸਾਹਿਬ ਨਾ ਪੂਰੀ ਰੇਂਜ ਨਹੀਂ ਫੜ ਰਹੇ, ਹਾਸੇ ਹਿਲਾ ਦਿੱਤਾ ਵੀ ਪਲਸ ਰੇਡੀਓ ਤੇ ਸਾਰੇ ਸੁਣਨ ਵਾਲੇ ਨੇ, ਦੇਖਣ ਵਾਲੇ ਨਹੀਂ। ਤੇ ਧੰਜੂ ਸਾਹਿਬ ਅੱਜ ਦੇ ਵਿਸ਼ੇ ਵੱਲ ਚੱਲੀਏ। ਆ ਵਿਸ਼ਾ ਜਿਹੜਾ ਕਰੋਨਾ ਦੇ ਨਾਲ ਇੱਕ ਹੋਰ ਮੈਮਰੀ ਦੇ ਵਿੱਚ ਬਣਿਆ ਹੋਇਆ ਨਾ। ਡਾਕਟਰ ਹਮੇਸ਼ਾ ਕਹਿੰਦੇ ਆਪਣੀ ਇਮਿਊਨਿਟੀ ਵਧਾਓ, ਡਿਪਰੈਸ਼ਨ ਤੋਂ ਦੂਰ ਰਹੋ। ਅੱਜ ਕੀ ਲੈ ਕੇ ਆਏ ਹੋ? डिप्रैशन ਹਾਈ ਡਿਪਰੈਸ਼ਨ ਬਾਰੇ ਆਪਾਂ ਜਾਗਰੂਕ ਕਰਾਂਗੇ ਲੋਕਾਂ ਨੂੰ ਜੀ ਵੀ ਕਰੋਨਾ ਨੂੰ ਆਪਦੇ ਦਿਮਾਗ 'ਚ ਨਾ ਵੜਨ ਦਿਓ। ਔਰ ਡਿਪਰੈਸ਼ਨ ਦਾ ਮੀਡੀਆ ਨੇ ਵਾੜ ਦਿੱਤਾ, ਹੁਣ ਕੱਢੀਏ ਕਿਵੇਂ ਇਹ ਦੱਸੋ। ਇਹ ਸ਼ੁਰੂ ਜੀ ਅਸੀਂ ਕਹਿਤਾ ਸੀਗਾ ਬਈ ਬਚ ਕੇ ਰਿਓ। 22 ਤਰੀਕ ਨੂੰ ਲੋਕਡਾਊਨ ਹੋਇਆ ਸੀ ਤੇ ਮੇਰਾ ਖਿਆਲ 24-25 ਤਰੀਕ ਦੀ ਮੇਰੀ ਤੁਸੀਂ ਦੇਖ ਲਿਓ ਪੋਸਟ ਪਾਈ ਹੋਈ ਤੇ ਉਹਦੇ ਵਿੱਚ ਅਸੀਂ ਕਿਹਾ ਸੀ ਵੀ ਕਰੋਨਾ ਤੁਹਾਨੂੰ ਨੁਕਸਾਨ ਪਹੁੰਚਾਵੇ ਚਾਹੇ ਨਾ ਪਹੁੰਚਾਵੇ, ਪਰ ਜੇ ਤੁਹਾਡੇ ਦਿਮਾਗ 'ਚ ਜਾ ਵੜਿਆ ਤੇ ਤੁਹਾਡਾ ਬਹੁਤ ਨੁਕਸਾਨ ਕਰੂਗਾ। ਹੁਣ ਦਿਮਾਗ ਦੇ ਵਿੱਚ ਜੇ ਵੜ ਗਿਆ। ਜਦੋਂ ਤੁਸੀਂ ਨਿਊਜ਼ ਉਦੋਂ ਕਿਹਾ ਸੀ ਵੀ ਵਾਰ-ਵਾਰ ਨਿਊਜ਼ ਨਾ ਸੁਣੋ ਜੀ, ਵਾਰ-ਵਾਰ ਉਸ ਗੱਲ ਵੱਲ ਧਿਆਨ ਨਾ ਦਿਓ, ਤੁਸੀਂ ਸਿਰਫ ਆਪਣਾ ਖਿਆਲ ਰੱਖੋ, ਆਪਣੇ ਖਾਣ ਪਾਣ ਦਾ ਖਿਆਲ ਰੱਖੋ, ਵੱਧ ਘੱਟ ਨਾ ਖਾਓ, ਸਿਹਤ ਨੂੰ ਸਗੋਂ ਜੇ ਕੋਈ ਨੁਕਸ ਹੈ ਉਹਨੂੰ ਇੰਪਰੂਵ ਕਰੋ, ਕਿਉਂਕਿ ਤੁਸੀਂ ਵਿਹਲੇ ਹੋ ਗਏ ਹੋ ਤੇ ਤੁਸੀਂ ਆਪਦੀ ਸਿਹਤ ਦੇ ਵਿੱਚ ਆਏ ਹੋਏ ਵਿਗਾੜਾਂ ਨੂੰ ਦੂਰ ਕਰ ਲਓ ਜੀ, ਹਨਾ। ਜੇ ਕੋਈ ਤੁਹਾਡਾ ਪੇਟ ਖਰਾਬ ਆ ਕਿਉਂਕਿ ਤੁਸੀਂ ਕੰਮ ਵੱਲੋਂ ਵਿਹਲੇ ਹੋ, ਖਾਣ ਵਾਲੇ ਜਾ ਰਹੇ ਹੋ, ਹਾਂ ਖਾਣ ਵੱਲ ਹੋ ਗਏ ਤੇ ਫਿਰ ਤੁਹਾਨੂੰ ਮੁਸ਼ਕਲ ਆਏਗੀ। ਇਸ ਕਰਕੇ ਉਧਰੋਂ ਥੋੜਾ ਜਿਹਾ ਹੋ ਜਾਓ, ਇੱਧਰ ਸਿਹਤ ਵੱਲ ਹੋ ਜਾਓ ਜੀ। ਸੈਰ ਕਰਨੀ ਸ਼ੁਰੂ ਕਰ ਦਿਓ, ਘਰ ਦੇ ਵਿੱਚ ਐਕਸਰਸਾਈਜ਼ ਕਰੋ, ਯੋਗਾ ਕਰੋ, ਖਾਣ ਪੀਣ ਦੇ ਵਿੱਚ ਜੋ ਕੁਝ ਦੱਸਿਆ ਜਾਂਦਾ ਉਹ ਬਿਹਤਰ ਕਰੋ ਜੀ। ਇਹ ਗੱਲ ਕਹੀ ਸੀ, ਪਰ ਬਹੁਤ ਸਾਰੇ ਲੋਕਾਂ ਨੇ ਬਹੁਤ ਇੰਪਰੂਵ ਕੀਤਾ। ਅੱਜ ਮੈਨੂੰ ਸਵੇਰੇ ਇੱਕ ਫੋਨ ਆਇਆ ਸੀ, ਉਹ ਕਹਿੰਦੇ ਡਾਕਟਰ ਸਾਹਿਬ ਮੈਂ ਇੱਥੋਂ ਸ਼ਾਹਕੋਟ ਤੋਂ ਭੁੱਲਰਾਂ ਰੋਜ਼ ਹੱਥ ਲਾ ਕੇ ਆਉਂਦਾ ਰਿਹਾ ਔਰ ਮੈਂ 12-14 ਕਿਲੋ weight ਆਪਦਾ ਰਿਡਿਊਸ ਕਰ ਲਿਆ ਔਰ ਮੈਂ ਬਿਲਕੁਲ 52-53 ਸਾਲ ਦਾ ਮੈਂ ਮੁੰਡਾ ਹੋ ਗਿਆ, ਬਿਲਕੁਲ ਹੀ ਨੌਜਵਾਨ ਹੋ ਗਿਆ। ਫਿਰ ਤੁਸੀਂ ਰੀਸ ਕਰਨੀ ਸ਼ੁਰੂ ਕੀਤੀ ਕਿ ਨਹੀਂ? ਤੇ ਮੈਂ ਹੁਣ ਕਹਿਤਾ ਉਹਨੂੰ, ਮੈਂ ਕਿਹਾ ਵੀ ਭਾਈ ਮੇਰੇ ਵੱਲ ਵੀ ਆ ਜਾ। ਕਹਿੰਦਾ ਮੈਂ ਹੁਣ ਕਬੱਡੀ ਖੇਲਦਾ ਹੁੰਦਾ ਮੁੰਡਿਆਂ ਦੇ ਨਾਲ ਸਕੂਲੇ ਜਾ ਕੇ। ਠੀਕ ਹੈ ਜੀ। ਮੈਂ ਕਿਹਾ ਵਧੀਆ ਗੱਲ ਆ ਵੀ ਭਾਈ ਤੂੰ ਸਾਂਭ ਲਿਆ ਆਪਣੇ ਆਪ ਨੂੰ, ਗੱਲਾਂ ਸਾਡੀਆਂ ਤੇ ਅਮਲ ਕੀਤਾ। ਸੋ ਭਾਈ ਡਿਪਰੈਸ਼ਨ ਜਿਹੜਾ ਹੈਗਾ, ਡਿਪਰੈਸ਼ਨ ਇਹ ਸ਼ਬਦ ਬੜਾ ਡਰਾਉਣਾ ਨਹੀਂ, ਮਜੂਸੀ ਤੋਂ ਸ਼ੁਰੂ ਹੋ ਕੇ ਤੇ ਇਹ ਡਿਪਰੈਸ਼ਨ ਤੱਕ ਜਿਹੜੀ ਗੱਲ ਜਾਂਦੀ ਹੈ ਦਿਮਾਗ ਦੇ ਅੰਦਰ ਡੀਪ ਸਿਟਡ ਹੋ ਜਾਂਦਾ, ਡੂੰਘਾ ਬੈਠ ਜਾਂਦਾ, ਉੱਥੇ ਜਾ ਕੇ ਡਰਾਉਣਾ ਹੈਗਾ। ਜਦੋਂ ਇਨਸਾਨ ਨੂੰ ਪਤਾ ਲੱਗ ਜਾਂਦਾ ਕਿ ਮੈਂ ਡਿਪਰੈਸ਼ਨ ਨਾਲ ਵੱਧ ਰਿਹਾ, 2-3 ਦਿਨ 'ਚ ਹੀ ਪਤਾ ਲੱਗ ਜਾਂਦਾ। ਕਿਵੇਂ, ਕਿਹੜੀਆਂ ਨਿਸ਼ਾਨੀਆਂ? ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਰੋਟੀ ਜਲਦੀ ਨਾਲ ਖਾ ਲੈਂਦਾ, ਸੋਚੀ ਜਾਂਦਾ ਉਹ, ਤੇ ਉਹਨੂੰ ਸੋਚ ਲੈਣਾ ਚਾਹੀਦਾ ਮੈਂ ਡਿਪਰੈਸ਼ਨ ਨਾਲ ਵੱਧ ਰਿਹਾ, ਤੇ ਉਹਦੇ ਵਿੱਚੋਂ ਆਰਾਮ ਨਾਲ ਨਿਕਲ ਆਉਂਦਾ। ਉਹ ਥੋੜਾ ਜਿਹਾ ਜਿਹੜੀ ਆ ਸੋਸ਼ਲ ਜਿਹੜਾ ਕੰਮ ਆ ਘਰ ਦਾ ਕੋਈ ਕਰਨਾ, ਪਲਾਂਟਸ ਵੱਲ ਦੇਖਣ ਲੱਗ ਪਏ, ਪੌਦਿਆਂ ਫੁੱਲਾਂ ਬੂਟਿਆਂ ਵੱਲ ਦੇਖੇ, ਬੈੱਡ ਸ਼ੀਟ ਬਦਲ ਦੇਵੇ, ਆਪਦੇ ਕਰਟਨ ਦਾ ਕੁਝ ਇੱਧਰ ਉੱਧਰ ਪਰਦੇ ਵਗੈਰਾ ਬਦਲ ਦੇਵੇ, ਜਾਂ ਕੋਈ ਕਮਰੇ ਦਾ ਸੈਟਅਪ ਬਦਲ ਦੇਵੇ। ਡਿਪਰੈਸ਼ਨ ਨਾਰਮਲੀ ਕਈ ਵਾਰੀ ਕੁਛ ਵੀ ਨਹੀਂ ਹੁੰਦਾ, ਕੋਈ ਉਹਦੀ ਚਿੰਤਾ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਪਰ ਉਹਨੂੰ ਡਿਪਰੈਸ਼ਨ ਹੋ ਜਾਂਦਾ। ਉਹ ਕਿਉਂ ਹੁੰਦਾ? ਉਹ ਇੱਕ ਰੂਟੀਨ ਦੇ ਵਿੱਚ ਇੱਕੋ ਹੀ ਕੰਮ ਕਰੀ ਜਾਂਦਾ, ਇੱਕੋ ਚੀਜ਼ ਹੀ ਉਹਦੀ ਰੂਟੀਨ, ਮਹੀਨੇ ਸਾਲ, ਉਹਦੇ ਵਿੱਚ ਜੀਵਨ ਦੇ ਵਿੱਚ ਕੋਈ ਨਵਾਂਪਨ ਨਹੀਂ ਹੁੰਦਾ, ਬਦਲਾਅ ਨਹੀਂ ਦੇ ਰਿਹਾ ਵਾਤਾਵਰਨ ਦੇ ਵਿੱਚ, ਨਾ ਮੈਮਰੀ ਦੇ ਵਿੱਚ। ਉਹ ਬਦਲਾਅ ਨਹੀਂ ਹੁੰਦਾ। ਸਵੇਰੇ ਉੱਠਿਆ, ਬਾਥਰੂਮ ਗਿਆ, ਚਾਹ ਪੀ ਲਈ, ਨਹਾ ਲਿਆ, ਤਿਆਰ ਹੋ ਗਿਆ, ਰੋਟੀ ਖਾ ਲਈ, ਫਿਰ ਕੰਮ ਕਰ ਲਿਆ, ਉਹੀ ਰੂਟੀਨ 'ਚ ਵੱਜਿਆ ਹੋਇਆ। ਰੂਟੀਨ ਹਮੇਸ਼ਾ ਹੀ ਤੋੜਨੀ ਚਾਹੀਦੀ। ਜੇ ਤੁਸੀਂ ਮਾਨਸਿਕ ਤੌਰ ਤੇ ਸੰਤੁਲਨ ਰਹਿਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਰੂਟੀਨ ਤੁਹਾਨੂੰ ਤੋੜਨੀ ਪਏਗੀ, ਕੋਈ ਨਵਾਂ ਕਰਨਾ ਪਏਗਾ। ਜੀਵਨ ਦੇ ਵਿੱਚ ਕੁਝ ਨਵਾਂ ਆਉਣਾ ਚਾਹੀਦਾ। ਨਵੇਂ ਆਉਣ ਦੇ ਲਈ ਆਪਣਾ এনवायरमेंट ਵੀ ਤੁਸੀਂ ਬਦਲ ਸਕਦੇ ਹੋ, ਆਪਣੇ ਘਰ ਤੋਂ ਜੇ ਘੁੰਮਣ ਵੀ ਜਾ ਸਕਦੇ ਹੋ। ਘੁੰਮਣ ਕੋਈ ਵੀ ਥਾਂ ਹੋ ਸਕਦੀ, ਤੁਹਾਡੀ ਮਨਪਸੰਦ ਦੀ ਹੋ ਸਕਦੀ ਆ, ਮਿਊਜ਼ਿਕ ਵੀ ਹੋ ਸਕਦਾ ਹੈ ਨਾ। ਮਤਲਬ ਰੁਝੇਵਾਂ ਬਦਲ ਲਓ, ਜਾਂ ਖਾਣਾ ਪੀਣਾ ਵੀ ਬਦਲ ਲਓ, ਕਿ ਥਾਂ ਵੀ ਇਕੱਲੀ ਥਾਂ ਬਦਲ। ਹਾਂਜੀ, ਖਾਣਾ ਪੀਣਾ ਵੀ ਬਦਲਣਾ ਹੁੰਦਾ ਵੀ ਇੱਕੋ ਚੀਜ਼ ਤੁਸੀਂ ਖਾਈ ਜਾਂਦੇ ਆ। ਤੁਹਾਡੇ ਕੱਦੂ ਹੋ ਗਏ ਜਾਂ ਕੋਈ ਚੀਜ਼ ਸਬਜ਼ੀ ਹੋ ਗਈ, ਉਹੀ ਖਾਈ ਜਾਓ। ਪਰਾਂਠ ਤੋਰੀਆਂ ਹੋ ਗਈਆਂ ਤਾਂ ਲਾਓ ਜੀ ਖਾਓ, ਲਾਓ ਜੀ ਖਾਓ। ਉਹਦੇ
ਨਵਾਂਪਨ ਨਹੀਂ ਆਉਂਦਾ। ਨਵਾਂਪਨ ਲਿਆਉਣ ਲਈ ਤੁਹਾਨੂੰ ਖਾਣ ਪੀਣ ਦੀ ਵੈਰਾਈਟੀ ਵੀ ਬਦਲਣੀ ਪੈਣੀ ਆ, ਸੁਭਾਅ ਵੀ ਬਦਲਣਾ ਪੈਣਾ। ਕੁਝ ਲਾਈਟ ਮਿਊਜ਼ਿਕ, ਕੁਝ ਕਮੇਡੀ, ਕੁਝ ਇਦਾਂ ਦਾ ਸੁਣ ਲਿਆ। ਇਹ ਇੱਕ ਕਿਸਮ ਦੀ ਜੇ ਗੱਲ ਕੀਤੀ ਆਪਾਂ ਡਿਪਰੈਸ਼ਨ ਦੀ। ਡਿਪਰੈਸ਼ਨ ਦੇ ਕਾਰਨ ਬਹੁਤ ਸਾਰੇ ਆ। ਘਰੇਲੂ ਲਾਈਫ ਦੇ ਵਿੱਚ ਆਪਦੀ ਸੋਸ਼ਲ ਵਿਆਹਤਾ ਜ਼ਿੰਦਗੀ ਦੇ ਵਿੱਚ ਕੋਈ ਵਿਗਾੜ ਆ ਗਿਆ, ਉਹਦੇ ਨਾਲ ਵੀ ਡਿਪਰੈਸ਼ਨ ਆ ਜਾਂਦਾ। ਤੇ ਉੱਥੇ ਫਿਰ ਇਹੀ ਹੁੰਦਾ ਕਿ ਵੀ ਗਿਵ ਐਂਡ ਟੇਕ, ਥੋੜਾ ਜਿਹਾ ਆਪਣੇ ਆਪ ਨੂੰ ਸਮਝਾਉਣਾ, ਮਨ ਨੂੰ ਸਮਝਾਉਣਾ, ਜਿਹਦੇ ਨਾਲ ਤੁਹਾਡਾ ਫੈਮਿਲੀ ਮੈਂਬਰ ਦੇ ਨਾਲ ਕੋਈ ਵਿਗਾੜ ਹੈ ਤੇ ਥੋੜੀਆਂ ਗੱਲਾਂ ਉਹਨੂੰ ਸਮਝਾਉਣੀਆਂ, ਕੁਝ ਉਹ ਸਮਝ ਲਵੇ, ਦੋਨੋਂ ਸਾਈਡਾਂ ਸਮਝ ਲੈਣ ਤੇ ਫਿਰ ਉਹ ਮਸਲਾ ਹੱਲ ਹੋ ਜਾਂਦਾ, ਸ਼ਾਰਟ ਅਪ ਹੋ ਜਾਂਦਾ। ਤੇ ਜਾਂ ਫਿਰ ਉਹਦੇ ਵਿੱਚ ਹੁੰਦਾ ਵੀ ਸਾਇਲੈਂਸ ਔਰ ਚੁੱਪ ਹੋ ਜਾਓ। ਔਰ ਟਾਈਮ ਗੁੱਡ ਹੀਲਰ ਹੁੰਦਾ, ਸਮੇਂ ਦੇ ਨਾਲ ਆਟੋਮੈਟਿਕਲੀ ਠੀਕ ਹੋ ਜਾਣਾ ਹੁੰਦਾ। ਜਦੋਂ ਅਸੀਂ ਜਲਦਬਾਜ਼ੀ ਕਰਦੇ ਹਾਂ ਉਹਦੇ 'ਚ ਵੀ ਨਹੀਂ, ਇਹ ਜਿਹੜਾ ਮਸਲਾ ਵਿਗੜਿਆ ਅੱਜ ਹੀ ਹੱਲ ਹੋਣਾ ਚਾਹੀਦਾ, ਤੇ ਉਦੋਂ ਫਿਰ ਉਹ ਨਹੀਂ ਹੱਲ ਹੁੰਦਾ ਤੇ ਆਦਮੀ ਡਿਪਰੈਸ਼ਨ ਚਲੇ ਜਾਂਦਾ। ਇੱਕ ਹੋਰ ਹੈਗਾ ਇਹਦਾ ਜਿਹੜਾ ਡਿਪਰੈਸ਼ਨ ਦਾ ਕਾਰਨ, ਬਿਜ਼ਨਸ ਲਾਸ। ਕੋਈ ਬਿਜ਼ਨਸ ਦੇ ਵਿੱਚ ਲਾਸ ਹੋ ਗਿਆ, ਕੰਮਕਾਰ ਦੇ ਵਿੱਚ ਲਾਸ ਹੋ ਗਿਆ, ਬਿਜ਼ਨਸ ਘਾਟੇ 'ਚ ਚਲੇ ਗਿਆ, ਔਰ ਉਹਦੇ ਨਾਲ ਵੀ ਇਹ ਹੋ ਜਾਂਦਾ, ਡਿਪਰੈਸ਼ਨ ਹੋ ਜਾਂਦਾ। ਉੱਥੇ ਫਿਰ ਅਫਰਟ ਕਰਨੀ ਹੁੰਦੀ ਆ, ਕੋਸ਼ਿਸ਼ ਕਰਨੀ ਹੁੰਦੀ ਆ, ਮਨ ਨੂੰ ਸਮਝਾਉਣਾ ਹੁੰਦਾ ਕਿ ਜਿਹੜਾ ਲਾਸ ਹੋਇਆ ਇਹਦੀ ਪੂਰਤੀ ਮੈਂ ਅਗਲੇ ਸਮੇਂ 'ਚ ਕਰਾਂ, ਹਨਾ। ਔਰ ਹੋਰ ਕਈ ਕਾਰਨ ਹੋ ਸਕਦੇ ਆ, ਜਿੱਦਾਂ ਨੌਜਵਾਨਾਂ ਦੇ ਕੋਈ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ, ਉੱਥੇ ਟੁੱਟ ਗਿਆ, ਕੁਝ ਗੱਲ ਹੋ ਗਈ, ਉਹਦੇ ਵਿੱਚ ਹੋ ਗਿਆ, ਉਹਦੇ ਵਿੱਚੋਂ ਵੀ ਇਸੇ ਹਿਸਾਬ ਨਾਲ ਹੀ ਆਪਣੀ ਸਮਝਦਾਰੀ ਨਾਲ ਨਿਕਲਣਾ ਹੁੰਦਾ। ਇਹ ਸਮਝ ਕੇ ਨਿਕਲਣਾ ਹੈ ਕਿ ਇਹ ਜਿਹੜਾ ਲਾਸ ਹੋ ਰਿਹਾ ਮੇਰਾ, ਇਹਦੇ ਨਾਲੋਂ ਵੱਡਾ ਲਾਸ ਮੇਰਾ ਡਿਪਰੈਸ਼ਨ ਵਾਲਾ, ਤੇ ਮੈਂ ਉਹਦੇ ਵਿੱਚ ਨਹੀਂ ਜਾਣਾ, ਉਹਦੇ ਵਿੱਚ ਨਹੀਂ ਜਾਣਾ। ਜੀ ਬਿਲਕੁਲ ਜੀ, ਬਿਲਕੁਲ। ਤੇ ਤਾਂ ਸਭ ਇਹਦੇ ਵਿੱਚ ਹੋਰ ਵੀ ਬੜੀਆਂ ਗੱਲਾਂ ਨੇ। ਡਿਪਰੈਸ਼ਨ ਦੀ ਗੱਲ ਕੀਤੀ, ਕੱਲੀ ਡਿਪਰੈਸ਼ਨ ਪਰਿਵਾਰਿਕ ਤੌਰ ਤੇ ਵੀ, ਤੇ ਤੁਸੀਂ ਦੂਸਰੀ ਵੀ ਕਹੀ ਆ। ਕਈ ਤੇ ਇਦਾਂ ਦੇ ਮਤਲਬ ਡਿਪਰੈਸ਼ਨ ਨੂੰ ਆਮ ਬੋਲਚਾਲ ਦੀ ਭਾਸ਼ਾ ਦੀ ਕਹਿੰਦੇ ਟੈਨਸ਼ਨ ਪੈ ਜਾਣੀ ਕਿਸੇ ਵੀ ਕੰਮ ਦੀ, ਹਨਾ। ਚਾਹੇ ਉਹ ਕਾਰੋਬਾਰ ਦੀ ਹੋਵੇ, ਚਾਹੇ ਪੜ੍ਹਾਈ ਦੀ ਹੋਵੇ, ਤੇ ਚਾਹੇ ਕੁਝ ਵੀ ਹੋਵੇ ਜੋ ਤੁਸੀਂ ਬਿਆਨ ਕਰ ਚੁੱਕੇ ਹੋ, ਮੈਂ ਨਹੀਂ ਕਰੂੰਗੀ ਉਹਨਾਂ ਨੂੰ। ਸੋ ਇਹਨਾਂ ਤੋਂ ਬਾਹਰ ਨਿਕਲਣ ਦੇ ਤਰੀਕੇ ਉਹ ਜਿਹੜੇ ਥੋੜੇ ਜਿਹਾ ਸਮਝਾਓ। ਇਹ ਅਮਨਦੀਪ ਜੀ, ਪਹਿਲੀ ਤਾਂ ਗੱਲ ਇਹ ਹੈ ਵੀ ਡਿਪਰੈਸ਼ਨ ਜਿਹੜਾ ਨਾ ਉਹ ਟੈਂਪਰੇਰੀ ਹੁੰਦਾ, ਕੁਝ ਸਮੇਂ ਲਈ ਹੁੰਦਾ। ਡਿਪਰੈਸ਼ਨ ਟੈਂਪਰੇਰੀ ਹੁੰਦਾ। ਜੋ ਸਟਾਰਟ ਡਿਪਰੈਸ਼ਨ ਹੁੰਦਾ ਤਾਂ ਬਿਲਕੁਲ ਟੈਂਪਰੇਰੀ ਹੁੰਦਾ, ਔਰ ਉਹ ਆਪਣੇ ਆਪ ਹੀ ਉਹਨੇ 2-3 ਦਿਨ ਦੇ ਵਿੱਚ ਉਹ ਖਤਮ ਹੋ ਜਾਣਾ ਹੁੰਦਾ। ਅਸੀਂ ਕਿਉਂਕਿ ਉਹਨੂੰ ਪਕੜ ਲੈਂਦੇ ਆ, ਇਨਸਾਨ ਉਹਨੂੰ ਪਕੜ ਕੇ ਬੈਠ ਜਾਂਦਾ ਵੀ ਨਹੀਂ ਤੂੰ ਨਹੀਂ ਕਿਤੇ ਜਾਣਾ, ਮੈਂ ਤਾਂ ਸੋਚਣਾ, ਹਨਾ। ਘਰ ਦੇ ਕਹਿੰਦੇ ਵੀ ਰੋਟੀ ਖਾ ਲਾ, ਤੇ ਉਹ ਰੋਟੀ ਖਾ ਕੇ ਫਟਾਫਟ ਵਿਹਲਾ ਹੁੰਦਾ, ਉਹ ਨਿਗਲ ਲੈਂਦਾ, ਰੋਟੀ ਨੂੰ ਖਾਂਦਾ ਨਹੀਂ ਹੈ, ਨਿਗਲ ਲੈਂਦਾ ਫਟਾਫਟ, ਕਹਿੰਦਾ ਮੈਂ ਤਾਂ ਸੋਚਣਾ ਹੁਣ ਫਿਰ, ਹਨਾ। ਉਹ ਫਿਰ ਸੋਚੀ ਜਾਂਦਾ ਉਸੇ ਪੁਆਇੰਟ ਤੇ, ਜਦੋਂ ਮਹੀਨਿਆਂ ਬੱਧੀ ਇੱਕੋ ਪੁਆਇੰਟ ਤੇ ਉਹ ਸੋਚੀ ਜਾਂਦਾ, ਉਸੇ ਚੀਜ਼ ਨੂੰ ਲੈ ਕੇ ਪਕੜ ਕੇ ਬੈਠਾ ਰਹਿੰਦਾ, ਤੇ ਉਹ ਫਿਰ ਡੀਪ ਡਿਪਰੈਸ਼ਨ ਚਲੇ ਜਾਂਦਾ। ਜਿਹੜੀਆਂ ਮਤਲਬ ਵਾਰ-ਵਾਰ ਇੱਕੋ ਚੀਜ਼ ਬਾਰੇ ਸੋਚਣਾ ਡਿਪਰੈਸ਼ਨ ਦਾ ਹੀ ਨਿਸ਼ਾਨੀ ਆ, ਉਹ ਬਾਅਦ ਚ ਬਣ ਜਾਂਦਾ। ਜਦੋਂ ਤੁਸੀਂ ਹੋਰ ਕਿਸੇ ਸਾਰੇ ਕੰਮਾਂ ਲੋ ਵਿਸਲੇ ਹੋ ਜਾਂਦੇ ਹੋ, ਤੁਸੀਂ ਸੋਸ਼ਲ ਵਰਕ ਵੱਲੋਂ ਵਿਸਲੇ ਹੋ ਜਾਂਦੇ, ਮੈਂ ਹੁਣ ਇੱਥੇ ਆਇਆ ਹੈਗਾ, ਟਾਈਮ ਕੱਢ ਕੇ ਆਇਆ ਹੈਗਾ, ਤੇ ਮੈਂ ਉਹ ਅਗਰ ਉਸੇ ਪ੍ਰੋਸੈਸ ਦੇ ਵਿੱਚ ਹੁੰਦਾ ਤਾਂ ਮੈਂ ਇੱਥੇ ਨਹੀਂ ਆਉਂਦਾ। ਸਹੀ ਗੱਲ ਹੈ ਜੀ, ਸਹੀ ਗੱਲ। ਤੇ ਉਹਦੇ ਲਈ ਤੁਸੀਂ ਇਹੋ ਜਿਹੇ ਐਕਟੀਵਿਟੀਜ਼ ਜਿਹੋ ਜਿਹੀਆਂ ਅਸੀਂ ਕਰ ਰਹੇ ਹਾਂ, ਹਨਾ। ਹੁਣ ਸੁਲਤਾਨਪੁਰ ਲੋਧੀ ਸਾਹਿਬ ਜਾ ਕੇ ਆਏ ਆ, ਉਹ ਵੀ ਡਿਪਰੈਸ਼ਨ ਚੋਂ ਨਿਕਲਣ ਦਾ ਕਾਰਨ ਇੱਕ ਸੋਰਸ ਹੈਗਾ। ਬਹੁਤ ਵਧੀਆ। ਇੱਥੇ ਆਏ ਆ, ਇਹ ਵੀ ਸੋਰਸ ਹੈ। ਆ ਨਾਲ ਹੀ ਗੁਰੂ ਘਰ ਆ, ਇੱਧਰ ਨੂੰ ਨਿਗਾਹ ਮਾਰ ਲਈ, ਉਹ ਹੋ ਗਿਆ, ਹਨਾ। ਗੱਲਾਂ ਬਾਤਾਂ ਹੋ ਗਈਆਂ, ਲੋਕਾਂ ਨੇ ਆਪਣੀ ਗੱਲਬਾਤ ਦੇ ਉੱਤੇ ਕਮੈਂਟ ਕਰਨੇ ਆ, ਉਹ ਸਾਡੇ ਡਿਪਰੈਸ਼ਨ ਨੂੰ, ਜੇ ਸਾਡੇ ਦਿਮਾਗ ਦੇ ਵਿੱਚ ਕੁਝ ਆ ਉਹਨੂੰ ਘਟਾਏਗਾ। ਲਓ ਵੀ ਲੋਕ ਸਾਡੀ ਗੱਲ ਸੁਣ ਰਹੇ ਆ, ਔਰ ਸਾਡੀ ਗੱਲ ਨੂੰ ਅਹਿਮੀਅਤ ਦੇ ਰਹੇ ਆ, ਔਰ ਸਾਡੀ ਗੱਲ ਤੋਂ ਫਾਇਦਾ ਉਠਾ ਰਹੇ ਆ। ਇਹ ਡਿਪਰੈਸ਼ਨ ਚ ਨਿਕਲਣ ਦਾ ਬਹੁਤ ਵਧੀਆ ਗੱਲ ਹੁੰਦੀ ਹੈ। ਬਿਲਕੁਲ ਜੀ। ਤੁਸੀਂ ਕਿਸੇ ਬੰਦੇ ਦੀ ਹੈਲਪ ਕਰੋ, ਹਨਾ, ਕਿਸੇ ਬੰਦੇ ਦੀ ਹੈਲਪ ਕਰੋ, 2 ਰੁਪਏ ਦੀ ਹੈਲਪ ਕਰ ਦਿਓ, ਤੁਹਾਨੂੰ ਲੱਗਦਾ ਇਹਦੀ ਮੈਂ ਹੈਲਪ ਕੀਤੀ ਆ ਔਰ ਇਹ ਵਧੀਆ ਗੱਲ ਆ, ਉਹਦੇ ਨਾਲ ਨਿਕਲ ਆਉਂਦਾ। ਤੁਸੀਂ ਘਰ ਦੇ ਵਿੱਚ ਕੋਈ ਬਗੀਚੀ ਲਾਈ ਹੋਈ ਆ, ਫੁੱਲ ਲਾਏ ਹੋਏ ਆ, ਉਹਦੇ ਨਾਲ ਨਿਕਲਣ ਦਾ ਧਿਆਨ ਪਾਸੇ ਕਰਨ ਦੇ ਨਾਲ ਵੀ ਬਹੁਤ ਵਧੀਆ। ਕੋਈ ਐਕਸਟਰਾ ਚੀਜ਼ ਆ ਤੁਹਾਡੇ ਘਰ, ਗੁਰੂ ਘਰ ਚੜਾ ਆਏ ਆ, ਉਹਦੇ ਨਾਲ ਘਰ ਵੇਸਟ ਪਈ, ਉਹਨੂੰ ਕੁਝ ਨਵਾਂ ਰੂਪ ਦੇ ਦਿਓ, ਔਰ ਨਵਾਂ ਕੁਝ ਕਰਨਾ ਹੁੰਦਾ। ਬਿਲਕੁਲ। ਤੁਸੀਂ ਇੱਕੋ ਹੀ ਜਗ੍ਹਾ ਸਾਲਾਂ ਬੱਧੀ ਆਪਦਾ ਕਮਰਾ, ਤੁਹਾਡਾ ਆਹੀ ਕਮਰਾ, ਮੰਨ ਲਓ ਸਟੂਡੀਓ ਵਾਲਾ ਕਮਰਾ ਹੀ ਤੁਹਾਡਾ ਬੈਡਰੂਮ ਆ, ਤੇ ਤੁਸੀਂ ਇੱਥੇ ਬੈੱਡ ਲਾਇਆ ਹੋਇਆ ਰਾਈਟ ਸਾਈਡ, ਤੇ ਉਹ ਸਾਲਾਂ ਬੱਧੀ ਇੱਥੇ ਲੱਗਾ ਹੋਇਆ, ਨਹੀਂ ਇੱਧਰ ਕਰ ਲੈਂਦੇ ਆ, ਇੱਧਰ ਕਰ ਲਓ, ਇੱਧਰ ਕਰ ਲਓ, ਉੱਧਰ ਕਰ ਲਓ, ਹਨਾ। ਉਹਨੂੰ ਬਦਲਾ ਲਿਆਓ। ਤੁਹਾਡੇ
ਪਿੰਕ ਕਰਟਨ ਲੱਗੇ ਹੋਏ ਆ, ਤੁਸੀਂ ਉਹਨੂੰ ਬਲੂ ਕਰ ਦਿਓ, ਤੁਸੀਂ ਉਹ ਇਧਰਲੇ ਉਹ ਪਰਲੇ ਸਟੂਡੀਓ 'ਚ ਕਰ ਲਓ, ਪਰਲੇ ਸਟੂਡੀਓ ਵਾਲੇ ਉਦੋਂ ਅਗਲੇ 'ਚ ਕਰ ਦਿਓ। ਬਿਲਕੁਲ ਬਿਲਕੁਲ, ਥੋੜਾ ਚੇਂਜ ਲਾਈਫ ਚੇਂਜ ਲਿਆਓ। ਜੀ ਜੀ, ਚੇਂਜ ਆਪਣੇ ਲਿਆਓਗੇ, ਪਹਿਰਾਵੇ 'ਚ ਵੀ ਚੇਂਜ ਲਿਆ ਸਕਦੇ। ਪਹਿਰਾਵੇ 'ਚ ਚੇਂਜ ਲਿਆਓ। ਅੱਜ ਕੁੜਤਾ ਪਜਾਮਾ ਪਾਇਆ ਹੋਵੇ, ਟੀ-ਸ਼ਰਟ ਪਾ ਕੇ ਆਉਂਦੇ ਨੇ। ਸਹੀ ਗੱਲ ਆ ਜੀ। ਤੇ ਸਰ ਜੀ ਇਹਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਕਿ ਤੁਸੀਂ ਡਿਪਰੈਸ਼ਨ ਤੋਂ ਨਿਕਲਣ ਦੇ ਕਾਰਨ ਦੱਸਦੇ ਨਾ, ਤੇ ਇਹ ਤੇ ਉਹੀ ਇਨਸਾਨ ਸਮਝ ਸਕਦਾ ਵੀ ਜਿਹੜਾ ਵਾਰ-ਵਾਰ ਸੋਚੀ ਜਾ ਰਿਹਾ। ਪੇਰੈਂਟਸ ਕਿਹੜੀਆਂ ਗੱਲਾਂ ਤੇ ਵਿੱਚ ਦੇਖਣ ਕਿ ਇਹ ਕਿਆ ਕੰਮ ਕਰੀ ਜਾ ਰਿਹਾ, ਇਹ ਤੋਂ ਬਾਹਰ ਨਹੀਂ ਆ ਰਿਹਾ। ਅਮਨਦੀਪ ਜੀ, ਕਈ ਵਾਰੀ ਉਹ ਜਿਹੜਾ ਡਿਪਰੈਸ਼ਨ ਵਾਲਾ ਮਰੀਜ਼ ਹੈ ਨਾ, ਉਹ ਅਸੀਂ ਦੇਖਿਆ ਵੀ ਉਹ ਏਦਾਂ ਦੇ ਨਹੀਂ ਹੁੰਦੇ ਜਿੱਦਾਂ ਆਪਾਂ ਬੈਠੇ ਆ। ਉਹ ਬਹੁਤ ਵੀਕ ਹੋਏ ਹੁੰਦੇ ਆ, ਚਿਹਰਾ ਮਜਨੂ ਬੜੇ ਹੁੰਦੇ ਆ, ਤੇ ਚਿਹਰੇ ਦੇ ਬਿਲਕੁਲ ਝੁਰੜੀਆਂ ਪਈਆਂ ਹੁੰਦੀਆਂ, ਚੁੱਪ ਕੀਤੇ ਹੁੰਦੇ ਆ। ਤੇ ਉਹ ਜੋ ਉਹਦਾ ਟ੍ਰੀਟਮੈਂਟ ਤਾਂ ਚਲੋ ਕਰਨਾ ਹੀ ਆ ਆਪਾਂ। ਹੋਮਿਓਪੈਥੀ ਦੇ ਵਿੱਚ ਬਹੁਤ ਬੈਸਟ ਦਵਾਈਆਂ ਹੈਗੀਆਂ, ਮਾੜੀ ਜੀ ਮਜੂਸੀ ਦੀ ਵੀ ਦਵਾਈ ਹੈਗੀ ਆ, ਤੇ ਮੈਂ ਦੱਸਾਂਗਾ ਹੁਣੇ। ਤੇ ਉਹਨੂੰ ਜਿਹੜੇ ਪੇਰੈਂਟਸ ਹੈਗੇ ਆ ਜਾਂ ਰਿਲੇਟਿਵਸ ਹੈਗੇ ਆ, ਉਹਦੇ ਜਿਹੜੇ ਹੋਰ ਕਲੀਗਸ ਹੈਗੇ, ਦਫ਼ਤਰ ਦੇ ਕਲੀਗਸ ਹੈ, ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਵੀ ਤੂੰ ਵੀਕ ਹੋ ਗਿਆ ਜਾਂ ਤੇਰੀ ਇਦਾਂ ਦੀ ਹਾਲਤ ਹੋਈ, ਤੂੰ ਕੱਲ ਨਾਲੋਂ ਤਾਂ ਬੈਟਰ ਹੈ, ਕੱਲ ਨੂੰ ਥੋੜਾ ਚੰਗਾ ਲੱਗਦਾ, ਵਧੀਆ ਲੱਗ ਰਿਹਾ ਹੁਣ, ਦੇਖੋ ਗੁੱਡ ਲੁਕਿੰਗ, ਹਨਾ। ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਵਧੀਆ ਲੱਗ ਰਿਹਾ। ਇੰਨਾ ਵੀ ਨਾ ਲੱਗੇ ਉਹਨੂੰ ਕਿ ਵੀ ਐਵੇਂ ਫਲੈਟਰਿੰਗ ਕਰ ਰਿਹਾ, ਥੋੜਾ ਥੋੜਾ ਉਹਨੂੰ ਰੋਜ਼ ਕੋ ਇੰਪਰੂਵ ਹੋ ਰਿਹਾ ਵੀ ਬਹੁਤ ਵਧੀਆ, ਅੱਗੇ ਨਾਲੋਂ ਬੈਟਰ ਆ ਤੂੰ ਜੀ। ਔਰ ਜਿਹੜਾ ਮਾਈਂਡ ਹੈਗਾ, ਮਾਈਂਡ ਤਾਂ ਇੱਕ ਇਮਟੀਰੀਅਲ ਉਹਦੀ ਪਾਵਰ ਹੈਗੀ ਆ ਬ੍ਰੇਨ ਦੀ, ਤੇ ਉਹ ਤੇ ਆਟੋਮੈਟਿਕਲੀ ਉਹ ਸੌਫਟਵੇਅਰ 'ਚ ਚੜ ਜਾਂਦੀਆਂ ਉਹ ਗੱਲਾਂ, ਤੇ ਉਹ ਜਿਹੜੀਆਂ ਫਾਈਲਾਂ, ਕਰਪਟ ਫਾਈਲਾਂ ਜਿਹੜੀਆਂ ਦਿਮਾਗ ਦੇ ਵਿੱਚ ਬਣੀਆਂ ਹੋਈਆਂ ਨੇ, ਉਹ ਆਟੋਮੈਟਿਕ ਡਿਲੀਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਧਿਆਨ ਹੀ ਸਾਈਡ ਹੋ ਗਿਆ, ਇੱਕ ਅਸੀਂ ਹਿਪਨੋਟਾਈਜ਼ ਕਰਦੇ ਆ, ਹਿਪਨੋਟਿਜ਼ਮ ਮਤਲਬ ਸਾਇੰਸ ਹੈਗਾ, ਨਹੀਂ ਕੋਈ ਖਤਰਨਾਕ ਨਹੀਂ ਹੈ, ਬਹੁਤ ਸਿੰਪਲ ਹੈ। ਨਹੀਂ ਕਹੀ ਜਾਂਦਾ ਵੀ ਇਹ ਖਤਰਨਾਕ ਵੀ, ਕਈਆਂ ਲੋਕਾਂ ਨੇ ਇੱਥੇ ਗੱਲ ਸੁਣਦਿਆਂ ਹਿਪਨੋਟਾਈਜ਼ ਹੋ ਜਾਣਾ, ਹਨਾ। ਉਹਨਾਂ ਨੂੰ ਲੱਗਣ ਲੱਪਣਾ ਵੀ ਆਹ ਜਿਹੜੀ ਗੱਲ ਸੁਣ ਕੇ ਅਸੀਂ ਬੈਟਰ ਫੀਲ ਕਰਦੇ, ਪੂਰਾ ਧਿਆਨ ਕੇਂਦਰਿਤ ਕਰਨਾ ਉਸ ਚੀਜ਼ ਤੇ, ਪੂਰਾ ਧਿਆਨ ਕੇਂਦਰਿਤ ਕਰਨਾ। ਔਰ ਉਹਦੇ ਵਿੱਚ ਕੀ ਹੁੰਦਾ ਕਿ ਵੀ ਕੁਝ ਕਰਪਟ ਫਾਈਲਾਂ ਬ੍ਰੇਨ ਦੇ ਵਿੱਚ ਬਣ ਜਾਂਦੀਆਂ, ਜਿਹੜੀਆਂ ਕਿ ਸੁੱਤਿਆਂ ਉਹ ਖੁੱਲਦੀਆਂ ਨੇ, ਔਰ ਉਹਨੂੰ ਡਿਸਟਰਬ ਕਰੇ ਰੱਖਦੇ, ਉਹਨੂੰ ਸੌਣ ਨਹੀਂ ਦਿੰਦੀਆਂ ਆਰਾਮ ਨਾਲ, ਉਹਨੂੰ ਸੁਪਨੇ ਆਉਂਦੇ ਰਹਿੰਦੇ। ਸਵੇਰੇ ਜਦੋਂ ਉੱਠਦਾ ਤੇ ਉਹ ਬਹੁਤ ਥੱਕਿਆ ਹੁੰਦਾ, ਨੀਂਦ ਪੂਰੀ ਹੋਈ ਨਹੀਂ ਹੁੰਦੀ, ਨੀਂਦ ਨਹੀਂ ਪੂਰੀ ਹੋਈ ਹੁੰਦੀ। ਤੇ ਉਹਦੇ ਲਈ ਅਸੀਂ ਦੱਸਦੇ ਹੁੰਦੇ ਆ ਕਿ ਇੱਕ ਸ਼ਵ ਆਸਨ ਹੁੰਦਾ ਯੋਗਾ ਵਾਲਿਆਂ ਕੋਲ, ਬਹੁਤ ਵਧੀਆ ਆਸਨ ਆ ਸ਼ਵ ਆਸਨ। ਹਾਂਜੀ, ਉਹਦੇ ਵਿੱਚ ਅੱਖਾਂ ਬੰਦ ਕਰ ਲੈਣੀਆਂ ਹੁੰਦੀਆਂ, ਤੇ ਇੱਕ ਇੱਕ ਪਾਰਟ ਦੇ ਉੱਤੇ ਆਪਣੀ ਸੁਰਤੀ ਨੂੰ ਲੈ ਕੇ ਜਾਣਾ ਹੁੰਦਾ, ਖੱਬੇ ਪੈਰ ਤੇ, ਲੱਤ ਤੇ, ਫਿਰ ਪੱਟ ਤੇ, ਫਿਰ ਕੱਲੇ ਪਾਰਟਾਂ ਦੇ ਉੱਤੇ ਧਿਆਨ ਲੈ ਕੇ ਉਹ ਸਾਰੇ ਮਾਈਨਸ ਹੋ ਜਾਣੇ ਆ। ਮਾਈਂਡ ਤੇ ਲਿਜਾ ਕੇ ਫਿਰ ਚਾਹੇ ਕੋਈ ਨਾਮ ਸਿਮਰਨ ਆ ਉਹ ਕਰ ਲਓ, ਨਹੀਂ ਤੇ ਪੁੱਠੀ ਗਿਣਤੀ ਕਰ ਲਓ, ਤੇ 25-30 ਸੈਕਿੰਡ ਦੇ ਵਿੱਚ ਉਹ ਨੀਂਦ ਆ ਜਾਂਦੀ ਹੈ। ਫਿਰ ਸਵੇਰੇ ਇੱਕਦਮ ਫਰੈਸ਼ ਉੱਠਦਾ ਬੰਦਾ ਜੀ। ਹਾਂਜੀ, ਉਹ ਦਿਮਾਗ ਦੇ ਵਿੱਚੋਂ ਮਾਈਨਸ ਹੋ ਜਾਂਦੀ ਹੈ। ਇਹ ਵੀ ਇੱਕ ਹਿਪਨੋਟਿਜ਼ਮ ਦਾ, ਸੈਲਫ ਹਿਪਨੋਟਾਈਜ਼ ਇਹਨੂੰ ਕਹਿੰਦੇ ਆ, ਖੁਦ ਹਿਪਨੋਟਾਈਜ਼ ਆਪਣੇ ਆਪ ਨੂੰ ਕਰ ਲੈ। ਬਜ਼ੁਰਗ ਕਹਿੰਦੇ ਨੇ ਕਿ ਮਤਲਬ ਵਾਰ-ਵਾਰ ਉਹ ਜਿਹੜੀ ਗਲਤੀ ਹੋਈ ਉਹਨੂੰ ਦੁਹਰਾਓਗੇ ਤਾਂ ਫਿਰ ਦਿਮਾਗ ਖਰਾਬ ਹੋਊਗਾ। ਇਹ ਕਹਿੰਦੇ ਹੁੰਦੇ ਸੀ ਬਾਪੂ ਨਹੀਂ ਕਿ ਵੀ ਰਾਤ ਨੂੰ ਸੌਣ ਲੱਗੇ ਸਲਾਹ ਨਹੀਂ ਕਰੀਦੀ। ਉਹਦਾ ਮਤਲਬ ਸੀ ਵੀ ਜਿਹੜੀ ਤੁਸੀਂ ਸਲਾਹ ਕਰਨੀ ਆ ਉਹ ਤੁਹਾਨੂੰ ਉਹਦੀਆਂ ਫਾਈਲਾਂ ਉਸੇ ਵੇਲੇ ਬਣ ਜਾਣੀਆਂ ਬ੍ਰੇਨ 'ਚ, ਉਹ ਸੁੱਤੇ ਪਏ ਉਹ ਖੁੱਲੀ ਜਾਣੀਆਂ। ਜੇ ਤੁਸੀਂ ਕਿਹਾ ਵੀ ਸਵੇਰੇ ਮੱਕੀ ਵੱਢਣੀ ਆ, ਤਾਂ ਤੁਸੀਂ ਸੁੱਤੇ ਹੋਏ ਮੱਕੀ ਵੱਢੀ ਜਾਣੀ ਆ, ਛੱਲੀਆਂ ਹੀ ਕੱਢੀ ਜਾਣੀਆਂ। ਇਸ ਕਰਕੇ ਸੁੱਤੇ ਸੌਣ ਲੱਗੇ ਸਲਾਹ ਨਾ ਕਰੋ, ਸਵੇਰੇ ਕਰਾਂਗੇ ਜੀ, ਜਾਂ ਦੁਪਹਿਰੇ ਸਲਾਹ ਕਰ ਲਓ ਵੀ ਕੱਲ ਨੂੰ ਆਪਾਂ ਆਹ ਕੰਮ ਕਰਨਾ ਜੀ। ਉਹ ਇਸ ਕਰਕੇ ਮਾਈਂਡ ਇੰਨਾ ਸੈਂਸਿਟਿਵ ਹੈ। ਔਰ ਇੱਕ ਜਿਹੜੀ ਬੜੀ ਅਚੰਭਤ ਗੱਲ ਹੈਗੀ ਆ ਉਹ ਇਹ ਹੈ ਕਿ ਮਾਈਂਡ ਸਾਰੇ ਹੀ ਸਿਸਟਮ ਜਿੰਨੇ ਹੈਗੇ ਬੋਡੀ ਦੇ, ਅੱਖਾਂ ਤੋਂ ਲੈ ਕੇ ਤੇ ਇੰਡੋਕਰਾਈਨ ਸਿਸਟਮ ਤੇ ਆਪਣਾ ਰੀਪਰੋਡਕਟਿਵ ਸਿਸਟਮ ਹਨਾ, ਸਾਰੇ ਸਿਸਟਮ ਜਿਹੜਾ ਮਿਹਦੇ ਤੋਂ ਲੈ ਕੇ ਹਾਰਟ ਤੱਕ ਸਭ ਨੂੰ ਕੰਟਰੋਲ ਕਰਦਾ। ਬਿਲਕੁਲ। ਔਰ ਜਦੋਂ ਡਿਪਰੈਸ਼ਨ 'ਚ ਜਾਂਦਾ ਬੰਦਾ ਤੇ ਇਹਨਾਂ 'ਚੋਂ ਸਾਰੇ ਸਿਸਟਮਾਂ ਦੇ ਉੱਤੇ ਆਪਦਾ ਅਸਰ ਅੰਦਾਜ਼ ਹੁੰਦਾ, ਸਾਰੇ ਸਿਸਟਮਾਂ ਨੂੰ ਕਰਪਟ ਕਰੀ ਜਾਂਦਾ, ਕਿਸੇ ਨੂੰ ਵੀ ਕਰ ਸਕਦਾ। ਦੇਖੋ ਜਿਹਨੂੰ ਡਿਪਰੈਸ਼ਨ ਆ ਉਹਨੂੰ ਡਾਈਜੈਸ਼ਨ ਨਹੀਂ ਸਹੀ ਹੋਣੀ, ਖਾਣਾ ਨਹੀਂ ਸਹੀ ਪਚਣਾ, ਤੇ ਉਹਨੂੰ ਟਾਇਲਟ ਕੰਪਲੀਟ ਨਹੀਂ ਆਉਣੀ, ਉਹਨੇ ਖਾਣਾ ਵੀ ਜਲਦੀ ਖਾਣਾ, ਸਾਰਾ ਕੁਝ ਗੜਬੜਾ ਜਾਣਾ। ਉਹਦੇ ਜਿਹੜਾ ਹੈਗਾ ਹਾਰਟ ਦੀ ਬੀਟ ਨਾਰਮਲ ਨਹੀਂ ਰਹਿਣੀ, ਉਹਨੂੰ ਯੂਰਨ ਉਹਨੂੰ ਸਹੀ ਨਹੀਂ ਹੋਣਾ, ਉਹਦਾ ਜਿਹੜਾ ਰੀਪਰੋਡਕਟਿਵ ਸਿਸਟਮ ਹੈ, ਸੈਕਸ਼ੂਅਲ ਸਿਸਟਮ ਹੀ ਸਾਰਾ ਸਰੀਰ ਦਾ ਵਿਗੜ ਜਾਣਾ, ਸਾਰੇ ਸਿਸਟਮ ਜਿਹੜੇ ਆ ਉਹ ਡਿਫੈਕਟਿਵ ਹੋ ਜਾਣੇ। ਜਿੰਨੇ ਆਰਗਨਸ ਆ ਉਹਨਾਂ ਨੇ ਕੰਮ ਕਰਨਾ ਘੱਟ ਕਰ ਦੇਣਾ। ਮਜੂਸੀ ਜਿਹੜੀ ਆ, ਡਿਪਰੈਸ਼ਨ ਜਿਹੜਾ ਵਾ, ਇਹ ਲੀਡਸ ਟੂ ਹਾਰਟ ਦੀਆਂ, ਦਿਲ ਦੀਆਂ ਪ੍ਰੋਬਲਮਸ ਔਰ ਡਾਇਬਟਿਕ। ਇਹ ਕਾਮਨ ਦੋ ਚੀਜ਼ਾਂ ਤੇ ਇਹਦੇ ਨਾਲ ਜੁੜੀਆਂ ਹੋਈਆਂ।
ਡਿਪਰੈਸ਼ਨ ਤੇ ਇਹ ਜਿਹੜਾ ਹਾਰਟ ਦਾ, ਇਹ ਦੋ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ। ਕਹਿੰਦੇ ਡਿਪਰੈਸ਼ਨ ਆ, ਅੱਛਾ ਉਹਨੂੰ ਫਿਰ ਉਹਦਾ ਬੀਪੀ ਵੱਧ ਹੋਊਗਾ, ਉਹਨੂੰ ਸ਼ੂਗਰ ਤੇ ਨਹੀਂ ਹੋਗੀ। ਡਾਕਟਰ ਆਮ ਜਿਹੜੇ ਇਹ ਸਵਾਲ ਕਰਦੇ ਆ। ਇਹਦਾ ਮਤਲਬ ਇਹ ਹੈ ਵੀ ਇਹ ਲਗਾਤਾਰ ਮਜੂਸੀ ਦੇ ਨਾਲ ਉਹਦਾ ਜਿਹੜਾ ਅੰਦਰਲਾ ਸਿਸਟਮ ਹੈ, ਜਿਹੜਾ ਪੈਂਕਰੀਆ ਵਗੈਰਾ ਹੈਗਾ, ਉਹ ਕੰਮ ਕਰਨਾ ਘਟ ਜਾਂਦਾ ਜੀ। ਔਰ ਉਹ ਫਿਰ ਕਿਉਂਕਿ ਸਟਿਮੂਲੈਂਟ ਲੈਂਦਾ, ਨੀਂਦ ਦੀਆਂ ਗੋਲੀਆਂ ਲਏਗਾ ਜਾਂ ਸ਼ਰਾਬ ਲਏਗਾ ਜਾਂ ਕੋਈ ਹੋਰ ਲਏਗਾ, ਇਹੋ ਜਿਹਾ ਨਸ਼ਾ ਲਏਗਾ, ਤੇ ਉਹਦੇ ਨਾਲ ਫਿਰ ਸਾਰੇ ਸਿਸਟਮ ਉਹਦੇ ਅਫੈਕਟਡ ਹੁੰਦੇ ਆ ਜੀ ਜੀ ਜੀ। ਔਰ ਉਹਦੇ ਨਾਲ ਫਿਰ ਉਹ ਜਿਹੜਾ ਹੈਗਾ ਉਹਦਾ ਡਾਈਜੈਸ਼ਨ ਤੇ ਸਾਰੇ ਸਿਸਟਮ ਉਹਦੇ ਅਫੈਕਟਡ ਹੋਣੇ ਸ਼ੁਰੂ ਹੋ ਜਾਂਦੇ ਆ, ਉਹ ਫਿਰ ਪ੍ਰੋਪਰ ਕੰਮ ਨਹੀਂ ਕਰ ਸਕੂ। ਤੇ ਜਾਣਕਾਰੀ ਤੇ ਬਹੁਤ ਵਧੀਆ ਆ, ਪਰ ਤੰਜੂ ਸਾਹਿਬ ਇਹਦੇ ਵਿੱਚ ਹੁਣ ਅਸੀਂ ਸਾਰੇ ਚਾਹੁੰਦੇ ਆ ਕਿ ਅਸੀਂ ਟੈਨਸ਼ਨ 'ਚ ਨਾ ਜਾਈਏ, ਹਨਾ, ਤੇ ਟੈਨਸ਼ਨ 'ਚ ਨਾ ਜਾਈਏ ਪਰ ਫਿਰ ਵੀ ਟੈਨਸ਼ਨ 'ਚ ਚਲੇ ਜਾਂਦੇ ਆ। ਇਹ ਆਉਂਦੀ ਜੀ ਜਦੋਂ ਇਹ ਹੁੰਦਾ ਵਾ, ਡਿਪਰੈਸ਼ਨ ਸ਼ੁਰੂ ਹੁੰਦਾ ਵਾ, ਤੇ ਇਨਸਾਨ ਮਾੜਾ ਜਿਹਾ ਮੈਂ ਪੂਰਾ ਨਹੀਂ ਸਿਆਣਾ ਕਹਿੰਦਾ, ਥੋੜਾ ਜਿਹਾ ਵੀ ਸਿਆਣਾ, ਉਹਨੂੰ ਲੱਗਦਾ ਕਿ ਮੈਨੂੰ ਚੰਗਾ ਨਹੀਂ ਲੱਗ ਰਿਹਾ ਕੁਝ ਵੀ, ਤੇ ਉਹ ਇਹ ਨਾ ਸਮਝੇ ਕਿ ਵੀ ਇਹ ਕੋਈ ਗੱਲ ਨਹੀਂ ਹੈਗੀ। ਉਸੇ ਵੇਲੇ ਕਿਸੇ ਹੋਮਿਓਪੈਥਿਕ ਡਾਕਟਰ ਕੋਲ ਜਾਓ, ਤੁਸੀਂ ਹੈਰਾਨ ਹੋਵੋਗੇ। ਮੇਰਾ ਇੱਕ ਦੋਸਤ ਹੈ ਤੇ ਉਹਦੇ ਬ੍ਰੇਨ ਦੀ ਗਾਮਾ ਨਾਈਫ ਉਹ ਸਰਜਰੀ ਹੋਈ ਆ, ਔਰ ਉਹ ਮੇਰੇ ਕੋਲ ਪਰਸੋਂ ਆਏ ਸੀ ਜੀ, ਔਰ ਉਹ ਕਹਿੰਦਾ ਵੀ ਮੈਂ 2 ਦਿਨ ਦਾ ਬਹੁਤ ਹੀ ਖੋਇਆ ਹੋਇਆ, ਬਿਲਕੁਲ ਖੁੱਸਿਆ ਹੋਇਆ, ਜਿੱਦਾਂ ਹੈਗਾ ਰਿਟਾਇਰਡ ਹੈਗਾ, ਉਹ ਕਹਿੰਦਾ ਮੇਰੇ ਕੋਲ ਖੁੱਸਿਆ ਹੋਇਆ, ਤੇ ਮੈਂ ਉਹਨੂੰ ਸਿਰਫ 2 ਦਿਨ ਦੀ ਇੱਕ ਛੋਟੀ ਜਿਹੀ ਸ਼ੀਸ਼ੀ ਦਿੱਤੀ ਸੀ ਗੋਲੀਆਂ ਦੀ, ਤੇ ਨਾਲ ਬਾਇਓਕੈਮੀਕਲ ਗੋਲੀਆਂ ਦਿੱਤੀਆਂ ਸੀ। ਉਹ ਕਹਿੰਦਾ ਪਹਿਲੀ ਡੋਜ਼ ਮੈਂ ਉੱਥੇ ਖਵਾਤੀ ਸੀ ਕਲੀਨਿਕ 'ਚ, ਤੇ ਗੱਲਾਂ ਬਾਤਾਂ ਕੀਤੀਆਂ, ਹਿਪਨੋਟਾਈਜ਼ ਹੋ ਗਿਆ, ਯਾਨੀ ਗੱਲਾਂ ਦੇ ਨਾਲ ਹਿਪਨੋਟਾਈਜ਼ ਹੋ ਗਿਆ। ਉਹ ਕਹਿੰਦਾ ਮੈਨੂੰ ਇੰਨੀ ਸਾਊਂਡ ਸਲੀਪ ਆਈ ਡਾਕਟਰ ਸਾਹਿਬ ਵੀ ਪਿਛਲੇ 8-9 ਸਾਲ ਹੋ ਗਿਆ ਮੇਰੀ ਉਹ ਸਰਜਰੀ ਹੋਈ ਨੂੰ, ਮੈਂ ਕਦੀ ਵੀ ਇਦਾਂ ਦੀ ਨੀਂਦ ਨਹੀਂ ਸੀ ਆਈ ਮੈਨੂੰ, ਮੈਂ ਬਹੁਤ ਬਿਹਤਰ ਫੀਲ ਕਰ ਰਿਹਾ ਸੀ। ਔਰ ਕਹਿੰਦਾ ਹੁਣ ਅੱਜ ਪੁੱਛ ਰਿਹਾ ਸੀ ਮੈਂ ਹੋਰ ਲੈ ਲਾ, ਮੈਂ ਤਾਂ ਰੋਜ਼ ਲੈ ਲਿਆ ਕਰੇ। ਇਹ ਟੈਂਪਰੇਰੀ ਜਿਹੜਾ ਡਿਪਰੈਸ਼ਨ ਸਟਾਰਟ ਹੁੰਦਾ ਉਹਦੀ ਦਵਾਈ ਹੈ। ਔਰ ਆਮ ਐਲੋਪੈਥਿਕ ਡਾਕਟਰਾਂ ਕੋਲ ਤੁਸੀਂ ਇਹੋ ਲੈ ਕੇ ਜਾਓ, ਮੇਰਾ ਮਨ ਜਿਹਾ ਨਹੀਂ ਲੱਗ ਰਿਹਾ, ਉਹਨਾਂ ਕੋਲ ਕੋਈ ਨਹੀਂ, ਹੱਸ ਖੇਡ ਲੈ, ਕੋਈ ਮੂਵੀ ਦੇਖ ਲੈ। ਹੋਮਿਓਪੈਥੀ 'ਚ ਥੋੜੀ ਜਿਹੀ ਮਜੂਸੀ ਦਾ ਵੀ ਇਲਾਜ ਹੈਗਾ। ਉਹ ਕਹਿੰਦਾ ਮੇਰੇ ਕੋਲ ਸਾਰਾ ਕੁਝ ਹੈ, ਸਾਰਾ ਕੁਝ ਆ, ਧੀਆਂ ਪੋਤਾ ਸਾਰਾ ਕੁਝ ਆ, ਘਰ ਭਰਿਆ ਹੋਇਆ, ਕੁਛ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ, ਪਰ ਮੇਰਾ ਦਿਲ ਉਦਾਸ ਹੈ। ਹੋਮਿਓਪੈਥੀ 'ਚ ਉਹ ਜਿਹੜਾ ਦਿਲ ਉਦਾਸ ਹੈ ਉਹਦੀ ਵੀ ਦਵਾਈ ਹੈਗੀ ਹੈ, ਹਨਾ। ਉਹਦੇ ਲਈ ਉਹਨੂੰ ਕੁਝ ਸਿੰਪਟਮਸ ਦੱਸਣੇ ਪੈਣਗੇ, ਕੁਝ ਅਲਾਮਤਾਂ ਦੱਸਣੀਆਂ ਪੈਣਗੀਆਂ, ਜਿਵੇਂ ਡਿਜ਼ਾਇਰ ਉਹਦੀ ਕਿੰਨੀ ਆ, ਨਮਕ ਉਹ ਕਿੰਨਾ ਕੁ ਖਾਂਦਾ, ਮਿੱਠਾ ਉਹ ਕਿੰਨਾ ਕੁ ਖਾਂਦਾ, ਉਹਨੂੰ ਪਿਆਸ ਲੱਗਦੀ ਹੈ ਕਿ ਨਹੀਂ ਲੱਗਦੀ, ਠੰਡੇ ਪਾਣੀ ਦੀ ਲੱਗਦੀ ਹੈ ਜਾਂ ਨੋਰਮਲ ਪਾਣੀ ਦੀ ਲੱਗਦੀ ਹੈ, ਬਸ ਇੰਨੇ ਕੁ ਸਿੰਪਟਮ ਉਹਨੂੰ ਦੱਸਣ ਦੀ ਲੋੜ ਹੁੰਦੀ ਆ। ਉਹਨੂੰ ਅੰਦਰ ਠੀਕ ਲੱਗਦਾ ਕਿ ਪਲਾਂਟਸ ਦੇ ਕੋਲ ਜ਼ਿਆਦਾ ਗੁੱਸਾ ਆਉਂਦਾ ਵੀ ਡਿਪਰੈਸ਼ਨ ਦੇ ਵਿੱਚ ਹੁੰਦਾ। ਹਾਂ, ਡਿਪਰੈਸ਼ਨ ਨੂੰ ਵੱਧ ਰਿਹਾ ਹੁੰਦਾ, ਉਹ ਵੱਧ ਰਿਹਾ ਹੁੰਦਾ, ਵੱਧ ਰਿਹਾ ਹੁੰਦਾ। ਜਿੱਦਾਂ ਹੁਣ ਮੈਂ ਦੱਸਿਆ, ਗੁੱਸਾ ਜ਼ਿਆਦਾ ਨਮਕ ਖਾਣ ਵਾਲੇ ਨੂੰ ਬਹੁਤ ਗੁੱਸਾ ਆਉਂਦਾ, ਔਰ ਉਹ ਉਦੋਂ ਬਾਅਦ ਜ਼ਿਆਦਾ ਨਮਕ ਖਾਂਦਾ ਰਹਿੰਦਾ, ਫਿਰ ਪਹਿਲਾਂ ਸੋਨੂ ਭਾਜੀ ਕੀ ਕਹਿੰਦੇ ਆ, ਕਹਿੰਦੇ ਮੈਂ ਵੀ ਉਹਨਾਂ ਦਵਾਈ ਲੈਣ ਕਿੱਥੇ ਆਵਾਂ, ਦੱਸ ਦਿਓ ਮੈਨੂੰ। ਸੋਨੂ ਸਿੰਘ ਲੋਹੀਆਂ ਤੋਂ, ਸੋਨੂ ਲੋਹੀਆਂ, ਬਸ ਸ਼ਾਹਕੋਟ ਆ ਜਾਓ ਜੀ, ਸ਼ਾਹਕੋਟ ਆ ਜਾਓ ਜੀ, ਸਲੈਚਾ ਰੋਡ ਤੇ ਡਾਕਟਰ ਪਰਮਜੀਤ ਤੰਜੂ ਦੇ ਨਾਂ ਦੇ। ਵੈਸੇ ਤੁਸੀਂ ਆਪ ਖੁਦ ਡਾਕਟਰ ਹੋ, ਵੈਸੇ ਤੁਹਾਨੂੰ ਤਾਂ ਗੁੱਸਾ ਆਉਂਦਾ ਨਹੀਂ, ਵੈਸੇ ਭਾਜੀ ਤੁਸੀਂ ਗੱਲ ਕੀਤੀ, ਚਲੋ ਵਧੀਆ ਗੱਲ ਆ। ਠੀਕ ਆ। ਤੇ ਭਾਜੀ ਗੱਲ ਕਰਦੇ ਸੀ ਆਪਾਂ ਵੀ, ਗੁੱਸਾ ਜਿਹੜਾ ਹੁੰਦਾ ਨਾ, ਕਈ ਵਾਰ ਦੇਖਿਆ ਕਿ ਕੋਈ ਕਿਸੇ ਨੂੰ ਆਵਾਜ਼ ਮਾਰੇ, ਉਹ ਆਪਣੇ ਧਿਆਨ ਬੈਠਾ ਕੋਈ ਆਵਾਜ਼ ਮਾਰੇ, ਉਹ ਬੜਾ ਖਿੱਚ ਕੇ ਪਊਗਾ, ਹਨਾ, ਤੇ ਕੋਈ ਵੀ ਉਹਨੂੰ ਸਰਸਰੀ ਗੱਲ ਕਰੇ, ਉਹ ਕਹੂਗਾ ਵੀ ਇਹ ਮੇਰੇ ਤੇ ਰੋਬ ਮਾਰਦਾ, ਹਨਾ। ਤੇ ਇਹ ਡਿਪਰੈਸ਼ਨ ਦਾ ਹੀ ਕਾਰਨ ਆ ਜਾਂ ਕੁਝ ਇਹ ਨੇਚਰ ਬਣ ਜਾਂਦੀ ਹੈ ਬੰਦੀ। ਕਈ ਬੰਦੇ ਬੜੇ ਗੁੱਸੈਲ ਹੁੰਦੇ, ਕਾਲੇ ਹੁੰਦੇ ਆ, ਜਲਦਬਾਜ਼ੀ, ਪਹਿਲਾਂ ਤੋਂ ਨਾ ਹੋਵੇ ਬਾਅਦ ਵਿੱਚ ਇਹ ਸਿੰਪਟਮ ਹੋਣ। ਹਾਂ, ਵੱਧ ਰਿਹਾ ਹੁੰਦਾ, ਉਹਨਾਂ ਦਿਮਾਗ ਦੇ ਵਿੱਚ ਤਲਖੀ ਆ ਰਹੀ ਹੁੰਦੀ ਆ। ਇੱਕ ਹੁੰਦਾ ਡਿਪਰੈਸ਼ਨ, ਇੱਕ ਹੁੰਦਾ ਮੈਨੀਆ, ਉਹ ਵੀ ਦਿਮਾਗ ਦੀ ਹੁੰਦੀ ਆ, ਉਹਦੇ 'ਚ ਉਹ ਭੜਕਦਾ ਵਾ। ਡਿਪਰੈਸ਼ਨ 'ਚ ਉਹ ਚੁੱਪ ਹੋ ਜਾਂਦਾ, ਉਹ ਫੈਸਲਾ ਨਹੀਂ ਲੈ ਪਾਉਂਦਾ। ਤੇ ਮੈਨੀਆ ਜਿਹੜਾ ਉਹਦੀ ਉਲਟ ਵਾ, ਉਹਦੇ ਤੋਂ ਉਲਟ ਵਾ, ਤੇਜ਼ ਹੋ ਜਾਂਦਾ ਉਹਦੇ 'ਚ ਦਿਮਾਗ, ਤੇ ਉਹ ਫਿਰ ਫੜਕ ਬੋਲਦਾ, ਤੇਜ਼ ਬੋਲਦਾ, ਔਰ ਉਹਦੇ ਵਿੱਚ ਉਹ ਇਦਾਂ ਹੀ ਟੁੱਟ ਕੇ ਪੈਂਦਾ। ਹਰ ਗੱਲ ਦੇ ਵਿੱਚ ਉਹ ਲੜਦਾ, ਹਰ ਗੱਲ ਦੇ ਵਿੱਚ ਉਹ ਲਾਊਡਲੀ ਬੋਲਦਾ, ਉੱਚੀ ਬੋਲਦਾ, ਤੇ ਉਹ ਵੀ ਬੜਾ ਟੇਢੀ ਚੀਜ਼ ਹੁੰਦੀ ਆ। ਉਦੋਂ ਅੱਗੇ ਜਾ ਕੇ ਬੜੀਆਂ ਬਿਮਾਰੀਆਂ ਪੈਦਾ ਹੁੰਦੀਆਂ।
ਬੜੇ ਦਿਮਾਗੀ ਬਿਮਾਰੀਆਂ ਪੈਦਾ ਹੋ ਜਾਂਦੀਆਂ। ਉਹ ਜੇ ਉਹਨੂੰ ਪਕੜੀ ਰੱਖਦਾ, ਉਹਨੂੰ ਸੋਚਣਾ ਚਾਹੀਦਾ ਵੀ ਯਾਰ ਜਿਸ ਤਰ੍ਹਾਂ ਬਾਕੀ ਬੰਦੇ ਗੱਲਾਂ ਕਰ ਰਹੇ ਆ, ਮੈਂ ਇਦਾਂ ਦਾ ਕਿਉਂ ਨਹੀਂ ਆ। ਇਹ ਤਾਂ ਗੱਲਾਂ ਕਰ ਰਹੇ ਆ ਜਿਵੇਂ ਕਵਿਤਾ ਕਰ ਰਹੇ ਹੋਣ। ਇਹ ਤਾਂ ਬਿਮਾਰ ਹੀ ਨਹੀਂ। ਇਹਨਾਂ ਨੂੰ ਤਾਂ ਜੇ ਕੋਈ ਪੁੱਛਣ ਡਾਕਟਰ ਨੂੰ ਜਾ ਕੇ ਕਵੇ ਤੇ ਉਹ ਡਾਕਟਰ ਕਹੇਗਾ ਤੇਰਾ ਇਲਾਜ ਕੀ ਕਰਨਾ, ਤੂੰ ਤਾਂ ਇਦਾਂ ਦਾ ਹੀ ਰਹਿ ਵਧੀਆ। ਮੈਂ ਇਦਾਂ ਦਾ ਕਿਉਂ ਆ? ਉਹ ਆਪਣੇ ਆਪ ਨੂੰ ਕੋਖੇ, ਮੈਂ ਇਦਾਂ ਦਾ ਕਿਉਂ ਆ? ਜੇ ਮੈਨੂੰ ਗੁੱਸਾ ਜ਼ਿਆਦਾ ਆਉਂਦਾ ਜਾਂ ਮੈਂ ਜ਼ਿਆਦਾ ਲੋ ਆ, ਮੈਂ ਕੋਈ ਬੋਲਦਾ ਹੀ ਨਹੀਂ ਆ, ਮੈਂ ਗੱਲ ਹੀ ਨਹੀਂ ਕਰਦਾ, ਮੁਖਰ ਹੀ ਨਹੀਂ ਹੈਗਾ, ਸਾਇਲੈਂਟ ਵਾ, ਮੈਂ ਚੁੱਪ ਵਾ, ਤੇ ਉਹ ਵੀ ਨੋਰਮਲ ਵਾ। ਜ਼ਿਆਦਾ ਜਿਹੜਾ ਹੈਗਾ ਮੁਖਰ ਹੈ, ਰੌਲਾ ਪਾਉਂਦਾ ਮਿੰਟ ਤੇ, ਹਨਾ, ਉਹ ਵੀ ਸੋਚੇ, ਉਹ ਵੀ ਆਤਮ ਮਥਨ ਕਰੇ ਵੀ ਮੈਂ ਜਲਦਬਾਜ਼ੀ ਚ ਕਿਉਂ, ਮੈਂ ਏਦਾਂ ਕਿਉਂ ਆ। ਔਰ ਉਹ ਜਾ ਕੇ ਉਹ ਡਾਕਟਰ ਨੂੰ ਦੱਸੇ, ਸਿੰਪਟਮਸ ਆਪਦੇ ਦੱਸੇ, ਔਰ ਉਹ ਡਾਕਟਰ ਇੱਕ ਕਲੀਅਰ ਕੱਟ ਮੈਡੀਸਨ ਦਊਗਾ। ਉਹ ਇਹ ਨਹੀਂ ਕਹੇਗਾ ਵੀ ਇਹ ਤੂੰ 2 ਮਹੀਨੇ ਖਾ, 6 ਮਹੀਨੇ ਖਾ, ਫੇਰ ਤੇਰਾ ਸਹੀ ਹੋਣਾ। ਉਹ ਕੁਝ ਪਲਾਂ ਦੇ ਵਿੱਚ ਤੁਹਾਡਾ ਮਨ ਬਦਲੂਗੀ ਉਹ ਦਵਾਈ। ਏਦਾਂ ਦੀਆਂ ਦਵਾਈਆਂ ਹੋਮਿਓਪੈਥੀ ਦੇ ਰਾਤੋਂ ਰਾਤ ਤੁਸੀਂ ਬਦਲ ਜਾਂਦੇ। ਇਹ ਹੋਮਿਓਪੈਥੀ ਦੇ ਵਿੱਚ ਹੀ, ਦੂਜੇ ਬੰਨੇ ਨਹੀਂ ਹੈਗਾ। ਦੂਸਰੇ ਬੰਨੇ ਤੇ ਉਹ ਗੋਲੀਆਂ ਸੈੱਟ ਹੈਗੀਆਂ, ਉਹ ਸੁਸਤ ਹੋ ਜਾਂਦਾ ਬੰਦਾ, ਸੌ ਜਾਂਦਾ ਵਾ। ਉਹ ਕਹਿੰਦਾ ਮੈਨੂੰ, ਉਹ ਬਸ ਅੱਧੇ ਘੰਟੇ ਬਾਅਦ ਕਹਿੰਦਾ ਕਿ ਮੈਂ ਠੀਕ ਆ ਜੀ, ਬਹੁਤ ਵਧੀਆ ਦਵਾਈ ਹੈ ਜੀ, ਆਨੰਦ ਆ ਗਿਆ ਜੀ, ਸਰੂਰ ਆ ਗਿਆ, ਹਨਾ। ਉਹ ਫਿਰ ਨਸ਼ਾ ਹੀ ਹੋ ਗਿਆ। ਹਾਂ, ਨਸ਼ਾ ਹੋ ਗਿਆ। ਉਹ ਵੀ ਕਿਸੇ ਹੱਦ ਤੱਕ ਫਿਰ ਉਹ ਹੁੰਦਾ ਉਸ ਵੇਲੇ ਤੇ ਉਹਦੇ ਲਈ ਚੰਗਾ ਹੀ ਹੁੰਦਾ। ਨਹੀਂ ਤਾਂ ਉਹ ਜੇ ਦਿਮਾਗ ਤੇ ਜ਼ਿਆਦਾ ਬਰਡਨ ਪਿਆ ਹੋਵੇ ਤਾਂ ਕੁਝ ਵੀ ਹੋ ਸਕਦਾ। ਬਿਲਕੁਲ ਜੀ, ਬਿਲਕੁਲ। ਤੇ ਸਭ ਇਹਦੇ ਵਿੱਚ ਗੱਲ ਹੋਰ ਵੀ ਆਉਂਦੀ ਹੈ ਕਿ ਜਦੋਂ ਹੁਣ ਆਪਾਂ ਸਮਾਜ ਦੇ ਵਿੱਚ ਵਿਚਰਦੇ ਆ ਨਾ, ਤੇ ਛੋਟੇ ਬੱਚੇ ਜਿਹੜੇ ਆ ਲਾਕਡਾਊਨ ਦੇ ਵਿੱਚ ਖਾਸ ਕਰਕੇ ਚੀਜ਼ਾਂ ਬਹੁਤ ਨੋਟ ਕੀਤੀਆਂ ਕਿ ਪਹਿਲਾਂ ਉਹ ਇੰਨਾ ਗੁੱਸਾ ਨਹੀਂ ਸੀ ਕਰਦੇ, ਹਨਾ, ਜਾਂ ਇੰਨਾ ਮਤਲਬ ਜਦੋਂ ਕੋਈ ਆਵਾਜ਼ ਮਾਰਦਾ ਬੰਦਾ ਭੱਜ ਕੇ ਆਉਂਦਾ, ਹਨਾ। ਤਾਂ ਪੇਰੈਂਟਸ ਵੀ ਹੁਣ ਕਿਉਂਕਿ ਬੱਚੇ ਘਰੇ ਰਹਿਣ ਲੱਗ ਗਏ ਨਾ, ਪੇਰੈਂਟਸ ਵੀ ਖਿਜਣ ਲੱਗ ਗਏ ਆ, ਤੇ ਸਕੂਲ ਨਹੀਂ ਜਾਂਦੇ ਬੱਚੇ, ਪੜ੍ਹਦੇ ਨਹੀਂ, ਤੇ ਦੂਸਰੇ ਪਾਸੇ ਮਾਪੇ ਵੀ ਦੁਖੀ ਹੋ ਗਏ ਆ। ਮੈਂ ਸਟਾਰਟਿੰਗ ਜੀ ਚ ਉਦੋਂ ਕਿ ਲੋਕਡਾਊਨ ਦੇ ਵਿੱਚ ਜੇ ਮੇਰਾ ਖਿਆਲ ਇੱਕ ਪ੍ਰੋਗਰਾਮ 'ਚ ਮੈਂ ਕਿਹਾ ਸੀ ਜੀ ਬਈ ਜਿਹੜੇ ਜਾਨਵਰ ਆ, ਜਾਨਵਰਾਂ ਤੇ ਵੀ ਅਸਰ ਪਿਆ ਇਹਦਾ ਬਹੁਤ, ਹਨਾ। ਇੱਕ ਮੇਰਾ ਦੋਸਤ ਦੱਸ ਰਿਹਾ ਸੀ, ਸੰਧੂ ਸਾਹਿਬ ਮੁਕਤਸਰ ਤੋਂ ਨੇ, ਹਾਂਜੀ, ਹਰਭਜਨ ਸੰਧੂ, ਤੇ ਉਹ ਕਹਿੰਦਾ ਜੀ ਮੈਂ ਹਮੇਸ਼ਾ ਹੀ ਨਾ 1-2 ਪਰੌਂਠੀਆਂ ਸਵੇਰੇ ਪੱਕੀਆਂ ਹੁੰਦੀਆਂ ਤੇ ਮੈਂ ਉਹਨਾਂ ਛੋਟੇ ਛੋਟੇ ਟੁਕੜੇ ਕਰਕੇ ਨਾ ਉਹ ਮੈਂ ਛੱਤ ਤੇ ਪਾ ਦੇਣਾ, ਤੇ ਕਬੂਤਰ ਫਟਾਫਟ ਆ ਕੇ ਫਿਰ ਆਪਸ ਵਿੱਚ ਖੰਭ ਮਾਰਦੇ ਆ ਔਰ ਫਟਾਫਟ ਖਾ ਜਾਂਦੇ ਆ। ਔਰ ਹੁਣ ਜਿੱਦਣ ਦਾ ਲਾਕਡਾਊਨ ਹੋਇਆ ਤੇ ਇਹ ਜਿਹੜਾ ਹੈਗਾ ਨਹੀਂ ਖਾ ਰਿਹਾ। ਔਰ ਇਹਦਾ ਕਾਰਨ ਕੀ ਆ, ਉਹਨੇ ਸਵਾਲ ਕੀਤਾ ਸੀ, ਉਹ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਕਿਉਂਕਿ ਸਾਰਾ ਐਟਮੋਸਫੇਅਰ ਬਦਲ ਗਿਆ, ਸੜਕਾਂ ਵਿਹਲੀਆਂ ਹੋ ਗਈਆਂ, ਦੁਕਾਨਾਂ ਬੰਦ ਆ, ਹਨਾ, ਕੁਛ ਰੌਲਾ ਰੱਪਾ ਨਹੀਂ, ਕੋਈ ਟ੍ਰੈਫਿਕ ਨਹੀਂ, ਕੋਈ ਕੁਛ ਨਹੀਂ ਆ। ਇਹਦਾ ਅਸਰ ਜਾਨਵਰਾਂ ਤੇ, ਉਹਨਾਂ ਕਬੂਤਰਾਂ ਤੇ ਵੀ ਪਿਆ, ਪੰਛੀਆਂ ਤੇ ਵੀ ਪਿਆ, ਵੀ ਕੀ ਹੋ ਗਿਆ। ਹਾਂ, ਸਾਡੇ ਘਰਾਂ ਦੇ ਆਲੇ ਦੁਆਲੇ ਨਾ ਕਾਫੀ ਜਿਹੜੇ ਗਾਈਆਂ, ਬੱਚੇ ਵਗੈਰਾ ਉਹ ਫਿਰਦੇ ਸੀ, ਔਰ ਲਾਕਡਾਊਨ ਦੌਰਾਨ ਉਹ ਲੱਭੇ ਨਹੀਂ, ਕਿੱਥੇ ਚਲੇ ਗਏ। ਉਹ ਕਹਿੰਦੇ ਲੋਕ ਲੱਗ ਕੇ ਬੈਠੇ ਰਹਿੰਦੇ ਸੀ, ਉਹਨਾਂ ਨੂੰ ਅਜੀਬ ਲੱਗਦਾ। ਅਸਰ ਮਨੁੱਖ ਤੇ ਹੋਣਾ ਹੀ ਹੋਣਾ, ਸਭ ਤੋਂ ਸੈਂਸਿਟਿਵ ਹੈਗੇ ਆ, ਉਹਨਾਂ ਤੇ ਵੀ ਹੈ, ਜਾਨਵਰਾਂ ਤੇ ਵੀ ਅਸਰ ਹੈ, ਪੰਛੀਆਂ ਤੇ ਵੀ ਅਸਰ ਹੈ ਜੀ। ਔਰ ਇਹ ਜਿਹੜੀ ਕੋਈ ਵੀ ਚੀਜ਼ ਬਦਲਾਅ ਆ, ਉਹ ਮਨੁੱਖ ਤੇ ਚੰਗਾ ਮਾੜਾ ਅਸਰ ਤੇ ਕਰਦਾ ਹੀ ਹੈ। ਜਿੱਦਾਂ ਮੈਂ ਕਿਹਾ, ਜੇ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਨਿਕਲਣਾ ਹੈ ਤੇ ਤੁਸੀਂ ਬਦਲਾਅ ਲਿਆਓ, ਔਰ ਜੇ ਤੁਸੀਂ ਬਦਲਾਅ ਲੈ ਆਂਦਾ ਤੇ ਉਹ ਡਿਪਰੈਸ਼ਨ ਚੋਂ ਨਿਕਲ ਜਾਣਾ। ਜੇ ਬਦਲਾਅ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ। ਇੱਥੇ ਇੱਕ ਹੋਰ ਗੱਲ ਆ, ਤੁਸੀਂ ਤੇ ਕਹਿੰਦੇ ਕਿ ਜਦੋਂ ਬੰਦਾ ਏਦਾਂ ਖਿਜਿਆ ਜਾ ਰਵੇ ਜਾਂ ਚੁੱਪ ਰਵੇ ਨਾ, ਉਹਨੂੰ ਸਾਈਡ ਬਦਲ ਲੈਣੀ ਚਾਹੀਦੀ, ਭਾਵ ਨੂੰ ਘੁੰਮਣ ਜਾਣਾ ਪਏ। ਹੁਣ ਲਾਕਡਾਊਨ ਦੇ ਵਿੱਚ ਬੰਦਾ ਕਿੱਥੇ ਘੁੰਮਣ ਜਾਵੇ? ਘੁੰਮਣ ਨਹੀਂ ਹੁੰਦਾ, ਘਰ ਦੇ ਵਿੱਚ ਹੀ ਤੁਸੀਂ ਖੇਤਾਂ ਵੱਲ ਨਿਕਲੋ, ਖੇਤਾਂ ਵੱਲ ਨਿਕਲੋ, ਤੁਸੀਂ ਫਿਰ ਬਰੀਕੀ 'ਚ ਚਲੇ ਜਾਓ ਨਾ। ਤੁਸੀਂ ਕਿੱਥੇ ਤੇ ਆਪਾਂ ਓਵਰਆਲ ਪੂਰਾ ਖੇਤ ਦੇਖਦੇ ਆ, ਕਿਤੇ ਇੱਕ ਪੌਦਾ ਹੀ ਦੇਖੋ ਯਾਰ, ਕਿੱਦਾਂ ਇਹ ਪੌਦਾ ਨਿਕਲਿਆ ਹੈ ਨਾ, ਇਹ ਝੋਨੇ ਦੀ ਕਿੱਦਾਂ ਇੱਕ ਡੱਕਾ ਲਾਇਆ ਸੀ, ਇਹ ਐਡਾ ਬੂਟਾ ਹੋ ਗਿਆ। ਉਹ ਤੁਸੀਂ ਜਦੋਂ ਐਦਾਂ ਦੀ ਸੋਚ ਅਪਣਾਉਂਦੇ ਹੋ, ਪਲਾਂਟਸ ਵੱਲ ਦੇਖਦੇ ਹੋ, ਤੁਸੀਂ ਕੱਲ ਲਾਈਵ ਹੋਏ ਸੀ ਤੇ ਉੱਤੇ ਉਹ ਜਾਮਨਾ ਵਗੈਰਾ ਦਿਖਾ ਰਿਹਾ ਸੀ, ਕਿੰਨਾ ਵਧੀਆ ਦ੍ਰਿਸ਼। ਮੇਰਾ ਖਿਆਲ ਆ ਵੀ ਇਹਦੋਂ ਵਧੀਆ ਡਿਪਰੈਸ਼ਨ ਚੋਂ ਨਿਕਲਣ ਦਾ ਕੋਈ ਤਰੀਕਾ ਹੋ ਹੀ ਨਹੀਂ ਸਕਦਾ। ਬਿਲਕੁਲ। ਔਰ ਜਿਹੜੇ ਸੀਨ ਤੁਸੀਂ, ਜਿਹੜੇ ਪਿਕਚਰ ਤੁਸੀਂ ਦਿਖਾ ਰਹੇ ਸੀ, ਜਿਹੜੀਆਂ ਤਸਵੀਰਾਂ ਤੁਸੀਂ ਦਿਖਾ ਰਹੇ ਸੀ, ਉਹ ਦੇਖ ਕੇ ਡਿਪਰੈਸ਼ਨ ਚੋਂ ਨਿਕਲ ਸਕਦਾ। ਤੇ ਜਦੋਂ ਤੁਸੀਂ ਲਾਈਵ ਦੇਖ ਰਹੇ ਹੋ, ਉਹਨਾਂ ਨੂੰ ਸਾਹਮਣੇ ਦੇਖ ਰਹੇ ਹੋ, ਆਪਦੀਆਂ ਅੱਖਾਂ ਨਾਲ ਦੇਖ ਰਹੇ ਹੋ, ਤੇ ਉਹ ਤੇ ਬਹੁਤ ਹੀ ਮਤਲਬ ਅਮੇਜ਼ਿੰਗ ਹੁੰਦਾ ਉਹ ਦਿਮਾਗ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਕੱਢਣ ਦਾ। ਔਰ ਜਿਹੜੇ ਇਹਦੇ ਕਾਰਨ ਹੁੰਦੇ ਆ ਡਿਪਰੈਸ਼ਨ ਦੇ, ਉਹ ਮੈਂ ਕਹਿੰਦਾ ਵੀ ਪਹਿਲਾਂ ਰਿਮੂਵ ਹੋਣੇ ਚਾਹੀਦੇ ਆ। ਚਾਹੇ ਉਹ ਤੁਹਾਡੇ ਰਿਸ਼ਤੇ 'ਚ ਖੜੋਤ ਆਈ ਆ,
ਚਾਹੇ ਤੁਹਾਡਾ ਬਿਜ਼ਨਸ 'ਚ growth ਆਈ ਆ, ਉਹਨੂੰ ਐਕਸੈਪਟ ਕਰਨਾ, ਦਿਮਾਗ ਨੂੰ ਸਮਝਾਉਣਾ ਕਿ ਇਦਾਂ ਹੀ ਹੋਣਾ ਸੀ। ਜੇ ਮੈਨੂੰ ਪ੍ਰੋਫਿਟ ਹੋ ਜਾਂਦਾ ਜ਼ਿਆਦਾ ਫਿਰ ਵੀ ਤਾਂ ਮੈਂ ਉਹ ਐਕਸੈਪਟ ਕਰਨਾ ਹੀ ਸੀ। ਜੇ ਘੱਟ ਪੈ ਗਿਆ ਤਾਂ ਫਿਰ ਵੀ, ਔਰ ਮੈਂ ਅੱਗੇ ਮਿਹਨਤ ਕਰਾਂਗਾ, ਦੁਬਾਰਾ ਮੈਂ ਸਟੈਂਡ ਹੋ ਜਾਵਾਂਗਾ। ਬਿਲਕੁਲ ਇਦਾਂ ਹੀ ਹੋਰ ਜਿੰਨੇ ਵੀ ਕਾਰਨ ਹੈਗੇ, ਕਿਉਂਕਿ ਡਿਪਰੈਸ਼ਨ ਸਿਹਤ ਤੁਹਾਡੇ ਲਈ ਪਹਿਲੀ ਆ। ਸਿਹਤ ਤੋਂ ਅੱਗੇ ਬਾਕੀ ਸਾਰਾ ਬਾਅਦ ਕੁਝ ਆ। ਅਗਰ ਸਿਹਤ ਤੁਹਾਡੀ ਵਿਗੜ ਗਈ ਤੇ ਤੁਹਾਡੇ ਪੱਲੇ ਕੱਖ ਨਹੀਂ ਹੈ। ਹਾਂਜੀ, ਤੁਸੀਂ ਇਹ ਸੋਚਣਾ ਹੈ ਕਿ ਜੇ ਮੇਰੀ ਸਿਹਤ ਠੀਕ ਰਹੇਗੀ ਤਾਂ ਮੈਂ ਇਹ ਤੋਂ ਨਿਕਲਣਾ। ਔਰ ਜਦੋਂ ਜਿਹੜਾ ਡਿਪਰੈਸ਼ਨ ਆ, ਡਿਪਰੈਸ਼ਨ ਰੋਗ ਬੜੇ ਖਤਰਨਾਕ ਆ। ਹਾਰਟ ਦੀ ਪ੍ਰੋਬਲਮ ਉਹ ਟੇਢੀ ਆ ਤੁਹਾਡਾ। ਜੇ ਅੱਗੇ ਬਿਜ਼ਨਸ ਘਟਿਆ ਤੇ ਫਿਰ ਜੇ ਹਾਰਟ ਦੀ ਪ੍ਰੋਬਲਮ ਹੋ ਗਈ ਤੇ ਫਿਰ ਹੋਰ ਖਤਮ ਹੋ ਜਾਣਾ ਜੀ। ਜੇ ਤੁਹਾਨੂੰ ਜਿਹੜਾ ਹੈਗਾ ਵਾ ਕੋਈ ਹੋਰ ਪ੍ਰੋਬਲਮ ਹੋ ਗਈ, ਪੇਟ ਦੀ ਪ੍ਰੋਬਲਮ ਹੋ ਗਈ, ਤਾਂ ਹੋ ਜਾਣਾ। ਜੇ ਤੁਹਾਨੂੰ ਸ਼ੂਗਰ ਹੋ ਗਈ ਤਾਂ ਫਿਰ ਜ਼ਿੰਦਗੀ ਭਰ ਲਈ ਤੁਸੀਂ ਉਹ ਵੀਕ ਹੋ ਜਾਣਾ। ਤੇ ਜਿਸ ਤਰ੍ਹਾਂ ਇੱਕ ਚੀਜ਼ ਹੋਰ ਕਹਿੰਦੇ ਨੇ ਪੈਪਟਿਕ ਅਲਸਰ ਹੋ ਗਿਆ। ਉਹ ਦੇਖੋ ਉਹ ਕਿੰਨੇ ਆਪਾਂ ਉਹ ਪਿਛਲੀ ਵਾਰੀ ਉਹ ਡਿਸਕਸ ਕੀਤਾ। ਮਿਹਦੇ ਦੇ ਜਿਹੜੇ ਜ਼ਖਮ ਹੈਗੇ ਆ, ਉਹ ਜਿਹੜੇ ਅਲਸਰ ਹੈਗੇ ਆ, ਉਹ ਕਿੰਨੇ ਪੇਨਫੁਲ ਆ। ਤੁਸੀਂ ਉਹਦੇ 'ਚ ਨਿਕਲਣਾ, ਸਿਹਤ ਘੱਟੋ ਘੱਟ ਆਪਦੀ ਨੋਰਮਲ ਕਰੋ ਤਾਂ ਕਿ ਤੁਸੀਂ ਦੁਬਾਰਾ ਕੰਮ ਕਰਕੇ ਸਟੈਂਡ ਹੋ ਸਕੋ। ਇੱਥੇ ਇਹੋ ਜਿਹੇ ਲੋਕ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ, ਇਹੋ ਜਿਹੇ ਲੋਕ ਆ ਜਿਨ੍ਹਾਂ ਕੋਲ ਕੁਝ ਨਹੀਂ ਸੀ ਔਰ ਉਹ ਕਰੋੜਪਤੀ ਅੱਜ ਹੋਏ ਬੈਠੇ ਆ, ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਔਰ ਉਹੋ ਜਿਹੇ ਲੋਕ, ਇਹੋ ਜਿਹੇ ਵੀ ਲੋਕ ਆ ਜਿਨ੍ਹਾਂ ਕੋਲ ਬਹੁਤ ਕੁਝ ਸੀ। ਸਨ 47 'ਚ ਬੜਾ ਕੁਝ ਸੀ, ਅੱਜ ਉਹਨਾਂ ਕੋਲ ਨਹੀਂ ਹੈਗਾ। ਬਿਲਕੁਲ। ਇਸ ਕਰਕੇ ਇਹ ਜਿਹੜੀ ਬਜ਼ੁਰਗ ਕਹਿੰਦੇ ਹੁੰਦੇ ਆ, ਜਿਹੜੀ ਕਮਾਈ ਆ ਇਹ ਤਾਂ ਹੱਥਾਂ ਦੀ ਮੈਲ ਆ। ਬਿਲਕੁਲ। ਤੁਸੀਂ ਹਾਂ, ਤੁਸੀਂ ਕੰਮ ਕਰੋ, ਹੱਥਾਂ ਦੇ ਨਾਲ ਕੰਮ ਕਰਨਾ ਹੈ। ਜੇ ਤੁਹਾਡੇ ਕੋਲ ਆਰਟ ਹੈ ਤੇ ਤੁਸੀਂ ਕਿੰਨਾ ਵੀ ਕਮਾ ਸਕਦੇ। ਪੈਸਾ ਤੁਹਾਡੇ ਕੋਲ ਕੋਈ ਖੋ ਸਕਦਾ, ਤੁਹਾਡੀ ਕਲਾ ਨਹੀਂ ਕੋਈ ਖੋ ਸਕਦਾ। ਤਾਂ ਤੁਹਾਡੇ ਜਿਹੜੇ ਦਿਮਾਗ ਦੇ ਵਿੱਚ ਬੈਠੇ ਹੋ ਡਿਪਰੈਸ਼ਨ ਦੇ ਵਿੱਚ ਇੱਕ ਚੀਜ਼ ਮੈਂ ਸਲਾਹ ਦੇਣੀ ਚਾਹੁੰਦਾ ਵੀ ਜਿਹੜੀਆਂ ਟ੍ਰੈਂਕੁਲਾਈਜ਼ਰ ਦਵਾਈਆਂ ਹੈਗੀਆਂ, ਨਸ਼ੇ ਦੀਆਂ ਦਵਾਈਆਂ ਹੈਗੀਆਂ, ਟੈਂਪਰੇਰੀ ਰਿਲੀਫ ਵਾਲੀਆਂ ਦਵਾਈਆਂ ਹੈਗੀਆਂ, ਉਹਨਾਂ ਤੇ ਜ਼ਿਆਦਾ ਡਿਪੈਂਡ ਨਾ ਹੋਵੋ। ਉਹ ਆਉਣ ਵਾਲੇ ਸਮੇਂ ਵਿੱਚ ਜ਼ਿਆਦਾ ਨੁਕਸਾਨ ਕਰਦੀਆਂ। ਜਿਹੜੀਆਂ ਚੀਜ਼ਾਂ ਅਸੀਂ ਦੱਸ ਰਹੇ ਹਾਂ ਵੀ ਬਦਲਾਅ ਲਿਆਓ, ਤਬਦੀਲੀ ਲਿਆਓ, ਚੰਗਾ ਮਿਊਜ਼ਿਕ ਸੁਣੋ, ਜ਼ਿਆਦਾ ਰੌਲੇ ਰੱਪੇ ਵਾਲੀ ਚੀਜ਼ ਨਾ ਸੁਣੋ, ਹਨਾ, ਜ਼ਿਆਦਾ ਭੀੜ ਭੜੱਕੇ 'ਚ ਨਾ ਜਾਓ, ਡਿਪਰੈਸ਼ਨ ਤੁਹਾਡਾ ਠੀਕ ਹੋ ਜਾਊਗਾ। ਤੁਸੀਂ ਜ਼ਰੂਰ ਗੋਲੀਆਂ ਖਾਣੀਆਂ, ਗੋਲੀਆਂ ਖਾ ਉਹਦੀ ਐਡਿਕਸ਼ਨ ਹੋ ਜਾਂਦੀ ਹੈ, ਉਹਦੇ ਨਾਲ ਅੱਗੇ ਲੀਡਸ ਟੂ ਹੋਰ ਸੀਰੀਅਸ ਜਿਹੜੇ ਹੈਗੇ ਆ ਰੋਗ ਹੋ ਜਾਂਦੇ ਆ। ਇਸ ਕਰਕੇ ਉਹ ਤੋਂ ਬਚਾਅ ਰੱਖਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਤੇ ਤਾਂ ਸਭ ਨਾਲੇ ਤੇ ਪਰਿਵਾਰ ਦੇ ਵੱਡੇ ਜੀ ਇਹ ਵੀ ਕਹਿੰਦੇ ਆ ਕਿ ਪੁੱਤ ਜੋ ਕਾਰੋਬਾਰ ਉਤਰਾ ਚੜ੍ਹਾਅ ਤਾਂ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ। ਸੋ ਡਿਪਰੈਸ਼ਨ ਨੂੰ ਦੂਰ ਕਰਨ ਦੇ ਲਈ ਪਰਿਵਾਰ ਦੇ ਵਿੱਚ ਬੈਠਣਾ, ਉਹਨਾਂ ਨਾਲ ਆਪਣੀ ਗੱਲ ਸਾਂਝੀ ਕਰਨੀ, ਇਹ ਵੀ ਕਿਤੇ ਨਾ ਕਿਤੇ ਘੱਟ ਕਰੂਗਾ। ਇੱਕ ਹੋਰ ਮੈਂ ਕਹੂੰਗਾ, ਜੇ ਤੁਹਾਡਾ ਦਿਮਾਗ ਇੰਨਾ ਚੀਜ਼ਾਂ ਨਹੀਂ ਚੱਲਦਾ, ਤੁਸੀਂ ਬਹੁਤ ਵੱਡੀ ਗੇਮ ਨਾ ਖੇਡੋ। ਜੇ ਤੁਹਾਡਾ ਦਿਮਾਗ ਇਦਾਂ ਦੀਆਂ ਚੀਜ਼ਾਂ ਨਹੀਂ ਚੱਲਦਾ, ਡਿਪਰੈਸ਼ਨ ਵਰਗੀਆਂ ਚੀਜ਼ਾਂ ਨਹੀਂ ਚੱਲਦਾ, ਪਹਿਲਾਂ ਹੀ ਪਤਾ ਹੁੰਦਾ ਮੇਰੀ ਟੈਂਡੈਂਸੀ ਆ, ਮੈਂ ਛੋਟੀ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ, ਫੇਰ ਵੱਡੀ ਗੇਮ ਨਾ ਖੇਡੋ। ਬਹੁਤ ਵੱਡਾ ਬਿਜ਼ਨਸ ਨਾ ਸ਼ੁਰੂ ਕਰੋ, ਥੋੜੇ ਜਿਹੇ ਇੱਕ ਲੈਵਲ ਜਿਹਦੇ ਨਾਲ ਸਰਦਾ ਤੁਹਾਡਾ ਉਹ ਕਰੀ ਜਾਓ। ਵੱਡੀ ਜਿਹੜੀ ਵੱਡਾ ਗੇਮ ਖੇਡਣੀ, ਵੱਡਾ ਬਿਜ਼ਨਸ ਸਟਾਰਟ ਕਰਨਾ, ਉਹ ਬੜੇ ਦਲੇਰ ਲੋਕਾਂ ਦਾ ਕੰਮ ਹੁੰਦਾ। ਤੁਹਾਡੇ ਪੈਰ ਵੀ ਪਿੱਛੇ ਹੋਣੇ ਚਾਹੀਦੇ, ਫਿਰ ਪੈਰ ਵੀ ਪਿੱਛੇ ਹੋਣੇ ਚਾਹੀਦੇ, ਔਰ ਤੁਹਾਡੇ 'ਚ ਉਹਨੂੰ ਬਰਦਾਸ਼ਤ, ਜੇ ਲਾਸ ਹੁੰਦਾ ਤੇ ਬਰਦਾਸ਼ਤ ਕਰਨ ਦਾ ਮਾਦਾ ਹੋਣਾ ਚਾਹੀਦਾ। ਬਿਲਕੁਲ। ਜੇ ਮਾਦਾ ਨਹੀਂ ਹੈਗਾ ਤਾਂ ਫਿਰ ਤੁਸੀਂ ਉਹ ਕੰਮ ਨਾ ਕਰੋ। ਔਰ ਜਿੱਥੋਂ ਤੱਕ ਹੋ ਸਕੇ, ਜਦੋਂ ਵੀ ਡਿਪਰੈਸ਼ਨ ਹੁੰਦਾ ਵਾ, ਡੇ 1 ਤੋਂ ਹੀ ਹਰ ਇੱਕ ਦਾ ਕੋਈ ਨਾ ਕੋਈ ਡਾਕਟਰ ਹੁੰਦਾ, ਮਿੱਤਰ ਪਿਆਰਾ ਹੁੰਦਾ। ਹੋਮਿਓਪੈਥਿਕ ਡਾਕਟਰ ਨੂੰ ਦੱਸੋ ਵੀ ਮੈਨੂੰ ਆਹ ਪ੍ਰੋਬਲਮ ਹੈ, ਮੈਨੂੰ ਆਹ ਮਜੂਸੀ ਆ ਰਹੀ ਆ, ਤੇ ਤੁਸੀਂ ਹੋਮਿਓਪੈਥੀ ਦਵਾਈ ਲਵੋ, ਨਾ ਕਿ ਤੁਸੀਂ ਅੰਗਰੇਜ਼ੀ ਦੀਆਂ ਗੋਲੀਆਂ, ਨੀਂਦ ਵਾਲੀਆਂ ਗੋਲੀਆਂ ਦੇ ਵਿੱਚ ਚੱਕਰ 'ਚ ਪੈ ਜਾਓ। 1 ਦਿਨ 2 ਦਿਨ 10 ਦਿਨ ਤੁਸੀਂ ਖਾ ਲਈਆਂ, ਮੁੜ ਕੇ ਤੁਹਾਨੂੰ ਖਾਣੀਆਂ ਪੈਣੀਆਂ, ਆਦਤ ਪੈ ਜਾਣੀ ਹੈ, ਫਿਰ ਉਹ ਛਡਾਉਣੀਆਂ ਔਖੀਆਂ ਹੋ ਜਾਂਦੀਆਂ। ਜੀ। ਤੇ ਇਹੀ ਹੈ ਕਿ ਜਦੋਂ ਦੇਖਿਆ ਜਾਂਦਾ ਕਿ ਕੋਈ ਪੇਸ਼ੈਂਟ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਹੁੰਦਾ ਆ ਤੇ ਉਹਨੂੰ ਇੱਕ ਗੋਲੀ ਦਿੱਤੀ ਜਾਂਦੀ ਬਕਾਇਦਾ ਕਿ ਇਹ ਆਰਾਮ ਪੂਰਾ ਕਰ ਲਵੇ, ਪਰ ਉਹ ਗੋਲੀ ਮੁੜ ਕੇ ਛੁੱਟਦੀ ਨਹੀਂ ਨਾ। ਡਾਕਟਰ ਦੱਸਦੇ ਆ ਉਹਦਾ 2 ਐਸਪੈਕਟਸ ਹੈਗੇ। ਇੱਕ ਤਾਂ ਉਹਨੂੰ ਨੀਂਦ ਦੀ ਗੋਲੀ ਦੇ ਦਿੱਤੀ, ਉਹ ਆਰਾਮ ਕਰੂਗਾ। ਵਿਹਲਾ ਬੰਦਾ ਡਿਪਰੈਸ਼ਨ ਵਾਲਾ ਉਹ ਠੀਕ ਨਹੀਂ ਹੁੰਦਾ ਕਦੀ ਵੀ। ਬਿਲਕੁਲ। ਅਸੀਂ ਇਹ ਕਹਿੰਦੇ ਆ ਵੀ ਤੂੰ ਕੰਮ ਸਾਰਾ ਦਿਨ ਕਰਨਾ, ਇੰਨਾ ਕੰਮ ਕਰਨਾ ਕਿ ਤੂੰ ਥੱਕ ਜਾਵੇਂ। ਬਿਲਕੁਲ। ਤੈਨੂੰ ਗੋਲੀ ਤੋਂ ਬਿਨਾਂ ਹੀ ਨੀਂਦ ਆ ਜਾਵੇ, ਪੂਰਾ ਕੰਮ ਕਰੋ ਜੀ। ਔਰ
ਈਜ਼ੀਲੀ ਕਰੋ। ਜੇ ਉਹ ਇਸ ਕੈਪੇਬਲ ਨਹੀਂ ਹੈਗਾ ਕੰਮ ਕਰਨ ਦੇ, ਤੇ ਫਿਰ ਇਹੋ ਜਿਹਾ ਕੰਮ ਜਿਹੜਾ ਹੱਥਾਂ ਨਾਲ ਹੀ ਥੋੜਾ ਬਹੁਤਾ ਕਰਨਾ ਹੈਗਾ ਉਹ ਕਰੀ ਜਾਵੇ, ਬਿਜ਼ੀ ਰਵੇ। ਕੁਝ ਚੰਗਾ ਸਾਹਿਤ ਪੜ੍ਹੇ, ਕੁਝ ਚੰਗੀਆਂ ਗੱਲਾਂ ਕਰੇ, ਚੰਗੇ ਮਿੱਤਰਾਂ ਨੂੰ ਮਿਲੇ। ਜਿਹੜਾ ਬੰਦਾ ਉਹਨੂੰ ਚੁੱਭਦਾ ਉਹਦੀ ਸੰਗਤ ਨਾ ਕਰੇ, ਉਹਨੂੰ ਅਵੋਇਡ ਕਰੇ, ਉਹ ਤੋਂ ਦੂਰ ਰਵੇ। ਬਿਲਕੁਲ। ਜੇ ਤੁਸੀਂ ਜਿਹੜਾ ਬੰਦਾ ਡਿਪਰੈਸ਼ਨ ਵਾਲਾ ਰੋਗੀ ਆ, ਉਹ ਜਿਹੜਾ ਬੰਦਾ ਉਹਨੂੰ ਚੁੱਭਦਾ ਤੇ ਜੇ ਉਹਨੂੰ ਵਾਰ-ਵਾਰ ਉਹਨੂੰ ਫੇਸ ਕਰੇਗਾ ਤੇ ਉਹਦਾ ਡਿਪਰੈਸ਼ਨ ਵਧੂਗਾ। ਬਿਲਕੁਲ, ਕਿਉਂਕਿ ਫਿਰ ਦਿਮਾਗ ਦੇ ਵਿੱਚ ਪਤਾ ਨਹੀਂ ਕਿੱਦਾਂ ਇਹ ਬੰਦਾ ਉਹ ਤਾਂ ਦੂਰੋਂ ਵੀ ਦੇਖ ਲੈਂਦਾ ਤਾਂ ਉਹਦਾ ਡਿਪਰੈਸ਼ਨ ਵੱਧ ਜਾਂਦਾ। ਬਿਲਕੁਲ। ਤੇ ਹਮੇਸ਼ਾ ਚੰਗਾ ਸੋਚਣਾ ਹੀ ਅਵਤਾਰ ਰੇਡੀਓ ਤੋਂ ਹਮੇਸ਼ਾ ਇਹ ਅਪੀਲ ਕਰਦੇ ਹੁੰਦੇ ਕਿ ਚੰਗਾ ਸੋਚਣਾ, ਚੰਗਾ ਬੋਲਣਾ ਤੇ ਚੰਗਾ ਸਿੱਖਣਾ, ਜਿਹੜਾ ਮੈਂ ਚੰਗੇ ਲੋਕਾਂ ਕੋਲ ਬੈਠਣਾ ਹੈ ਨਾ। ਸਭ ਤੋਂ ਵਧੀਆ ਗੱਲ ਹੈ ਕਿ ਜੇ ਤੁਸੀਂ ਕਿਸੇ ਵੀ ਬਿਮਾਰੀ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਕੁਦਰਤ ਦੇ ਬਿਲਕੁਲ ਨੇੜੇ ਹੋ ਜਾਓ, ਭਾਵ ਕਿ ਰੁੱਖਾਂ ਬੂਟਿਆਂ ਦੇ ਨੇੜੇ ਹੋ ਜਾਓ। ਸੋ ਉਹਨਾਂ ਨੂੰ ਭਾਵੋ ਕਿ ਇਹ ਪੱਤੇ ਕਿਵੇਂ ਬਣੇ ਹਨਾ, ਫੁੱਲਾਂ 'ਚ ਮਹਿਕ ਕਿਵੇਂ ਆਈ ਹਨਾ, ਤੇ ਇਹਨਾਂ ਦੇ ਵਿੱਚ ਵਾਧਾ ਕਿਵੇਂ ਬਣਦਾ ਆ ਹਨਾ, ਤੇ ਇਹ ਸਾਹ ਕਿਵੇਂ ਲੈਂਦੇ। ਮਤਲਬ ਜਦੋਂ ਸੋਚਣਾ ਇਸ ਬਾਰੇ ਨੂੰ ਸ਼ੁਰੂ ਕਰੋਗੇ, ਨੇਚਰ ਨੂੰ ਤੁਸੀਂ ਨੇੜੇ ਤੋਂ ਦੇਖਣ ਲੱਗ ਪਓਗੇ ਤੇ ਤੁਹਾਡੀ ਜਿਹੜੀ ਮਾਨਸਿਕ ਜਿਹੜੀ ਹੈਗੀ ਆ ਦਬਾਅ ਉਹ ਇੱਕਦਮ ਘਟਦਾ, ਬਿਲਕੁਲ ਰਿਲੀਜ਼ ਹੁੰਦਾ। ਨਾਲੇ ਤਾਂ ਉੱਥੇ ਲੱਗੇ ਐਲੋਪੈਥੀ ਦੀਆਂ ਦਵਾਈਆਂ ਦੇ ਵਿੱਚ ਉਹ ਉੱਤੇ ਲਿਖਿਆ ਹੁੰਦਾ ਦਵਾਈ ਦੇ ਆ ਫਲਾਨੀ ਗੋਲੀ ਪਿੱਛੇ ਲਿਖਿਆ ਹੁੰਦਾ ਮਾਈਂਡ ਰਿਲੀਜ਼, ਦਿਮਾਗ ਦੇ ਵਿੱਚ ਉਹ ਰਿਲੀਜ਼ ਕਰਦੀਆਂ, ਉਹਨੂੰ ਟੈਂਪਰੇਰੀ ਰਿਲੀਜ਼ ਕਰਦੀਆਂ। ਤੇ ਤੁਸੀਂ ਆਰਾਮ ਨਾਲ ਇੱਕ ਚੀਜ਼, ਫਲਾਵਰ ਦੇਖ ਲੈ, ਕੋਈ ਪਲਾਂਟਸ ਦੇਖ ਲੈ, ਕੋਈ ਖੇਤ ਦੇਖ ਲੈ, ਕੋਈ ਵੱਡੇ ਪੌਦੇ ਦੇਖ ਲੈ ਹਨਾ, ਕੋਈ ਕੁਦਰਤ ਦਾ ਕੋਈ ਅਜੂਬਾ ਦੇਖ ਲਿਆ, ਤੇ ਉਹਦੇ ਨਾਲ ਹੀ ਜੇ ਰਿਲੀਜ਼ ਹੁੰਦਾ ਤਾਂ ਤੁਹਾਨੂੰ ਜ਼ਰੂਰੀ ਹੈ ਤੁਸੀਂ ਦਵਾਈਆਂ ਨਾਲ ਜੇਬ ਖਰਚ ਕਰੋ, ਨਾਲੇ ਚੱਕਰ ਮਾਰੋ, ਨਾਲੇ ਉਹ ਚੀਜ਼ਾਂ ਤੋਂ ਬਚਣਾ ਹੈ ਨਾ, ਜ਼ਰੂਰੀ ਚਾਹੀਦਾ। ਤੇ ਨਾਲੇ ਤੇ ਜਦੋਂ ਫਿਰ ਤੁਸੀਂ ਕੁਦਰਤ ਦੇ ਨੇੜੇ ਹੁੰਦੇ, ਇੱਕ ਤਾਂ ਹਵਾ ਇੰਨੀ ਤਾਜ਼ਾ ਹੁੰਦੀ ਕਿ ਤੁਹਾਡਾ ਦਿਮਾਗ ਉਦਾਂ ਵੀ ਸ਼ਾਂਤ ਹੋ ਜਾਂਦਾ, ਤੇ ਇਸ ਲਈ ਗੁੱਸਾ ਤੇ ਬਿਲਕੁਲ ਖਤਮ ਹੋ ਹੀ ਜਾਊਗਾ। ਇੰਜੋਏ ਹੁੰਦਾ ਉਹਦੇ ਨਾਲ, ਤੁਸੀਂ ਸੌ ਜਾਣਾ, ਇਹਦੇ ਚ ਤੁਹਾਨੂੰ ਇੰਜੋਏ ਵੀ ਹੋਣਾ। ਜੋ ਤੁਸੀਂ ਉਹ ਦੇਖਿਆ ਤੇ ਨਾਲ ਇੰਜੋਏ ਵੀ ਹੋ ਗਿਆ, ਯਾਰ ਨਵੀਂ ਚੀਜ਼ ਦੇਖ ਲਈ। ਬਿਲਕੁਲ ਬਿਲਕੁਲ। ਔਰ ਉਹਦੇ ਵਿੱਚ ਇਹੀ ਹੈ ਵੀ ਜਿੰਨਾ ਨੇਚਰਲ ਹੋ ਸਕਦਾ ਪਹਿਲਾਂ ਹੀ ਨੇਚਰਲ ਰਹੋ। ਜਿਹੜਾ ਨੇਚਰਲ ਬੰਦਾ ਆ ਉਹ ਕਦੀ ਡਿਪਰੈਸ਼ਨ ਚ ਨਹੀਂ ਜਾਂਦਾ, ਉਹ ਵਾਧੇ ਘਾਟੇ ਨਾਲ ਨਹੀਂ ਮਤਲਬ ਹੁੰਦਾ। ਉਹ ਇਹ ਸੋਚਦਾ ਕਿ ਮੈਨੂੰ ਰੋਟੀ ਮਿਲਣੀ ਚਾਹੀਦੀ ਆ, ਮੇਰੀ ਜੇਬ 'ਚ 2-4 ਪੈਸੇ ਚਾਹੀਦੇ ਆ ਬਾਤੋਂ ਨੂੰ। ਜੇ ਮੈਂ ਬਾਜ਼ਾਰ ਜਾਵਾਂ ਤਾਂ ਮੈਨੂੰ ਕਿਤੇ ਲੋੜ ਪੈ ਜਾਵੇ, ਇੰਨੇ ਕੁ ਪੈਸੇ ਮੇਰੇ ਕੋਲ ਹੋਣ ਕਿ ਮੈਂ ਕੋਈ ਚੀਜ਼, ਮੇਰਾ ਜੀ ਕਰਦਾ ਆਹ ਚੀਜ਼ ਖਾਣ ਨੂੰ, ਤਾਂ ਮੈਂ ਉੱਥੋਂ ਖਰੀਦ ਸਕਾਂ। ਇਹਨਾਂ ਉੱਚੀਆਂ ਉਡਾਣਾਂ ਲਾਉਣ ਵਾਲੇ ਬੰਦੇ ਤੇ ਜਿਨ੍ਹਾਂ ਦਾ ਦਿਲ ਥੋੜਾ, ਉਹ ਡਿਪਰੈਸ਼ਨ 'ਚ ਜਾਂਦੇ। ਫਿਰ ਉੱਚੀ ਉਡਾਨ ਨਹੀਂ ਲੈਣੀ ਚਾਹੀਦੀ। ਉੱਚੀ ਉਡਾਨ ਲਾਓ, ਧਰਤੀ ਤੇ ਉਤਰਿਆਓ। ਹਾਂ ਬਿਲਕੁਲ, ਕਿਉਂਕਿ ਪੰਛੀ ਵੀ ਜਾ ਕੇ ਮੁੜਦੇ ਆ, ਫੇਰ ਉਤਰ ਆਓ, ਥੱਲੇ ਲੈਂਡ ਕਰ ਜਾਓ, ਉੱਤੇ ਨਾ ਚੜੇ ਰਹੋ, ਹਵਾ 'ਚ ਹੀ ਨਾ ਉੱਡਦੇ ਰਹੋ। ਬਿਲਕੁਲ ਜੀ ਬਿਲਕੁਲ। ਉਦੋਂ ਉੱਤੇ ਹੀ ਉਹ ਪੈਟਰੋਲ ਮੁੱਕ ਜਾਵੇ ਤੇ ਉੱਤੋਂ ਫੇਰ ਮੁੜ ਕੇ ਸਿੱਧਾ ਡਾਇਰੈਕਟ ਘੁੰਮਦਾ ਜਾਵੇ। ਨਹੀਂ ਘੁੰਮਦਾ ਜਾਵੇ, ਫਿਰ ਸਿੱਧਾ ਡਾਇਰੈਕਟ ਉੱਪਰ ਹੀ ਜਾਵੇ, ਉਹ ਨਹੀਂ ਚਾਹੀਦਾ। ਬਿਲਕੁਲ ਜੀ ਬਿਲਕੁਲ। ਤੇ ਬਹੁਤ ਵਧੀਆ ਵਿਚਾਰਾ, ਬਹੁਤ ਪਿਆਰੀ ਜਾਣਕਾਰੀ ਤੁਸੀਂ ਸਾਡੇ ਨਾਲ, ਸਰੋਤਿਆਂ ਦੇ ਨਾਲ ਵੀ ਸਾਂਝੀ ਕੀਤੀ ਹੈ ਕਿ ਬਦਲਾਅ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ। ਜਦੋਂ ਬਦਲਾਅ ਨਹੀਂ ਕਰਦੇ, ਇੱਕੋ ਰਾਹ ਤੇ ਤੁਰੇ ਜਾਓਗੇ ਤਾਂ ਬੋਰੀਅਤ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਆਊਗੀ। ਬੋਰੀਅਤ ਨੂੰ ਕੱਟਣ ਦੇ ਲਈ ਆ ਕਿ ਤੁਸੀਂ ਜੇ ਰੋਜ਼ਾਨਾ ਘਰ ਦੇ ਵਿੱਚ ਰਹਿੰਦੇ ਹੋ, ਕਿਤੇ ਸੈਰ ਕਰਨ ਨੂੰ ਥੋੜਾ ਜਿਹਾ ਪਾਸੇ ਨਿਕਲ ਜਾਓ, ਤੇ ਜੇ ਪਰਿਵਾਰ ਕਿਤੇ ਆਉਂਦੇ ਜਾਂਦੇ ਹੋ ਤਾਂ ਥੋੜਾ ਜਿਹਾ ਇੱਕ ਕਮਰੇ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਵੀ ਥੋੜਾ ਜਿਹਾ ਘੋਖ ਲਵੋ ਹਨਾ। ਸੈਲਫ ਰਿਲਾਈਜੇਸ਼ਨ ਕਹਿੰਦੇ ਰਿਲੀਜਨ ਕੀ ਆ? ਕਿਸੇ ਬੰਦੇ ਨੇ ਕਿਸੇ ਨੂੰ ਸਵਾਲ ਕੀਤਾ ਰਿਲੀਜਨ ਕੀ ਆ, ਧਰਮ ਕੀ ਆ? ਉਹ ਕਹਿੰਦਾ ਸੈਲਫ ਰਿਲਾਈਜੇਸ਼ਨ, ਆਪਣੇ ਆਪ ਨੂੰ ਜਾਣਨਾ, ਇਹ ਰਿਲੀਜਨ ਹੈਗਾ। ਬਿਲਕੁਲ, ਸਿੱਖਦੇ ਰਹਿਣਾ, ਆਪਣੇ ਆਪ ਨੂੰ ਵੀ ਜਾਣੋ, ਮੈਂ ਕੌਣ ਆ। ਇਹ ਨਾ ਦੇਖੋ ਵੀ ਉਹ ਕੌਣ ਆ, ਆਪਣੇ ਆਪ ਨੂੰ ਵੀ ਦੇਖੋ ਮੈਂ ਕੀ ਆ। ਨੋ ਥਾਈ ਸੈਲਫ, ਉਹਦੇ ਵਿੱਚ ਕਹਿੰਦੇ ਬਾਈਬਲ 'ਚ ਲਿਖਿਆ ਨੋ ਥਾਈ ਸੈਲਫ, ਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆਪਣਾ ਮੂਲ ਪਛਾਣ। ਬਿਲਕੁਲ ਹਨਾ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬਿਲਕੁਲ, ਆਪਣੇ ਆਪ ਨੂੰ ਵੀ ਪਛਾਣ ਵੀ ਤੂੰ ਕਿੱਥੇ ਖੜਾ ਆ, ਮੈਂ ਕੌਣ ਵਾਂ, ਕਿੱਥੇ ਆ ਮੈਂ, ਕਿ ਮੇਰਾ ਮਿਸ਼ਨ ਕੀ ਆ, ਮੇਰਾ ਪੈਸੇ ਇਕੱਠੇ ਕਰਨਾ ਮਿਸ਼ਨ ਆ, ਜਾਂ ਮੈਂ ਕੋਈ ਚੰਗਾ ਕੰਮ ਕਰਨਾ, ਮੈਂ ਇੰਜੋਏ ਕਰਨਾ ਹਨਾ। ਬਿਲਕੁਲ। ਤੇ ਬਣੋ ਇਹੋ ਜਿਹਾ ਕਿ ਤੁਹਾਨੂੰ ਦੇਖ ਕੇ ਹਰ ਕੋਈ ਕਵੇ ਕਿ ਵਾਹ ਇਸ ਤਰ੍ਹਾਂ ਦਾ ਵੀ ਹੋਣਾ ਚਾਹੀਦਾ। ਹਮੇਸ਼ਾ ਮੁਕਤੇ ਹਾਸਾ ਜਿਹੜਾ ਜ਼ਰੂਰ ਰੱਖੋ, ਤੇ ਵਾਧੇ ਘਾਟੇ ਤਾਂ ਚੱਲਦੇ ਰਹਿੰਦੇ ਜ਼ਿੰਦਗੀ ਦੇ ਵਿੱਚ। ਜਦੋਂ ਤੁਰਨਾ ਸਿੱਖੋਗੇ, ਡਿੱਗੋਗੇ ਵੀ ਤੇ ਫਿਰ ਵੀ ਉੱਠੋਗੇ, ਤੇ ਇਸ ਲਈ ਡਿੱਗਦੇ ਉੱਠਦੇ ਦੀ ਪਰਵਾਹ ਨਾ ਕਰੋ। ਇਹ ਕਰੋ ਕਿ ਮੇਰਾ ਮਿਸ਼ਨ ਕੀ ਆ। ਹਾਂ ਬਹੁਤਾ ਡੀਪਲੀ ਵੀ ਜ਼ਿਆਦਾ ਸੋਚੋਗੇ ਤਾਂ ਵੀ ਡਿਪਰੈਸ਼ਨ ਦੇ ਵਿੱਚ ਜਾਓਗੇ। ਬਹੁਤਾ ਡੀਪਲੀ ਨਹੀਂ ਰਹਿਣਾ, ਟੈਨਸ਼ਨ ਨਹੀਂ ਲੈਣੀ ਬਹੁਤੀ, ਤੇ ਫਿਕਰ ਨਹੀਂ ਕਰਨੀ। ਸੋ ਅਫਰਟ ਕਰਨੀ ਚਾਹੀਦੀ ਹੈ, ਹਾਂ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹੜੀ ਮੁਸ਼ਕਲ ਆ ਉਹਦੇ ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਬਿਲਕੁਲ, ਤੇ ਕੋਸ਼ਿਸ਼ ਇੱਕ ਵਧੀਆ ਕੋਸ਼ਿਸ਼। ਜੀ ਜੀ ਜੀ। ਤੇ ਕੋਸ਼ਿਸ਼ ਦੇ ਨਾਲ ਹਮੇਸ਼ਾ ਜਿੱਤ ਹੁੰਦੀ ਹੈ। ਤੁਸੀਂ ਚਾਹੇ ਕੋਈ ਵੀ ਕਾਰੋਬਾਰ ਕਰ ਰਹੇ ਹੋ,
ਤੁਸੀਂ ਤੁਰ ਰਹੇ ਹੋ ਜਾਂ ਬਾਈਕ ਸਿੱਖਣ ਲੱਗੇ ਹੋ, ਚਾਹੇ ਖਾਣਾ ਬਣਾਉਣ ਲੱਗੇ ਹੋ, ਚਾਹੇ ਖਾਣਾ ਖਾਣ ਲੱਗੇ ਹੋ ਨਾ, ਤੇ ਚਾਹੇ ਕੁਝ ਮਸਾਲੇ ਵਿੱਚ ਪਾਉਣ ਲੱਗੇ ਹੋ, ਜਾਂ ਕਿ ਹੋਮਿਓਪੈਥੀ ਵਾਲੇ ਡਾਕਟਰ ਵੱਲ ਨੂੰ ਜਾਣ ਲੱਗੇ ਹੋ। ਤੇ ਤਾਂ ਜੋ ਸਭ ਇੱਕ ਚੀਜ਼ ਹੋਰ ਆ ਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਰੀਆਂ ਬਿਮਾਰੀਆਂ ਦੀ ਜੜ ਡਿਪਰੈਸ਼ਨ ਆ। ਬਿਲਕੁਲ, ਕਿਉਂਕਿ ਕਾਰਨ ਇਹਦਾ ਇਹ ਹੈ ਵੀ ਦਿਮਾਗ ਜਿਹੜਾ ਸਾਰੇ ਜਿੰਨੇ ਸਿਸਟਮ ਹੈਗੇ ਸਿਗਨਲ ਦੇਣ ਵਾਲਾ ਸਾਰਾ ਮੈਸੇਜ ਉੱਥੋਂ ਹੋਣਾ। ਹੋਮਿਓਪੈਥੀ ਤੇ ਮੰਨਦੀ ਹੈ ਬਈ ਦਿਮਾਗ ਦੀ ਜਿਹੜੀ ਪਾਵਰ ਆ ਉਹ ਮਾਈਂਡ ਆ, ਔਰ ਮਾਈਂਡ ਦੇ ਪਿੱਛੇ ਸਾਡੀ ਈਗੋ ਤੇ ਸੁਪਰ ਈਗੋ, ਮਤਲਬ ਮੈਂ ਤੇ ਉਹਦੀ ਸਿੱਧਾ ਪਾਸਾ ਵੀ ਉਹਦਾ ਸੁਪਰ ਈਗੋ ਸਿੱਧਾ ਪਾਸਾ ਹੁੰਦਾ। ਈਗੋ ਤਾਂ ਕਹਿੰਦੀ ਛਾਲ ਵੀ ਮਾਰਦੇ ਇਸ ਬਿਲਡਿੰਗ ਤੋਂ, ਤੇ ਸੁਪਰ ਈਗੋ ਕਹਿੰਦੀ ਨਹੀਂ ਲੱਤਾਂ ਟੁੱਟ ਜਾਣਗੀਆਂ, ਮਤਲਬ ਜਦੋਂ ਤੁਸੀਂ ਕੋਈ ਕੰਮ ਕਰਨ ਲੱਗੇ ਦੋ ਆਵਾਜ਼ਾਂ ਆਉਂਦੀਆਂ, ਕਰ ਜਾਂ ਨਾ ਕਰ। ਉਹ ਈਗੋ ਆ ਪੁੱਠਾ ਸਿੱਧਾ ਕੰਮ ਕਰਾਉਣ ਵਾਲੀ, ਤੇ ਸਿੱਧਾ ਕੰਮ ਕਰਾਉਣ ਵਾਲੀ ਸੁਪਰ ਈਗੋ ਆ। ਇਹਨਾਂ ਦੋਨਾਂ ਦੇ ਉੱਤੇ ਇੱਕ ਪਾਵਰ ਮੰਨੀ ਗਈ ਹੈ ਜਿਹੜੀ ਹੋਮਿਓਪੈਥੀ ਦੇ ਵਿੱਚ ਟਰਮਡ ਐਜ਼ ਵਾਈਟਲ ਫੋਰਸ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਾਰਮਿਕ ਗ੍ਰੰਥਾਂ ਵਿੱਚ ਆਤਮਾ ਕਿਹਾ ਗਿਆ। ਉਹ ਜਿਹੜੀ ਪਾਵਰ ਆ ਉਹ ਸਾਰੀ ਬੋਡੀ ਨੂੰ ਚਲਾਉਂਦੀ ਹੈ, ਬਿਲਕੁਲ ਉਹ ਕੰਟਰੋਲ ਕਰਦੀ ਹੈ, ਬ੍ਰੇਨ ਨੂੰ ਚਲਾਉਂਦੀ ਹੈ ਔਰ ਸਾਰੇ ਸਿਸਟਮਸ ਨੂੰ ਉਹ ਚਲਾਉਂਦੀ ਆ। ਜਦੋਂ ਸਰੀਰ ਦੇ ਵਿੱਚ ਰੋਗ ਆਉਂਦਾ ਹੈ ਤੇ ਪਹਿਲਾਂ ਉਹ ਜਿਹੜੀ ਹੈ ਵਾਈਟਲ ਫੋਰਸ ਉਹ ਡਰੇਨ ਹੁੰਦੀ ਹੈ। ਹੋਮਿਓਪੈਥੀ ਦਵਾਈਆਂ ਇਮਟੀਰੀਅਲ ਡੋਜ਼ਸ ਹੈਗੀਆਂ, ਇਹਦੇ ਵਿੱਚ ਡਾਇਨਾਮਿਕ ਡੋਜ਼ਸ ਹੈਗੀਆਂ, ਮਟੀਰੀਅਲ ਡੋਜ਼ਸ ਨਹੀਂ ਹੈਗੀਆਂ, ਇਮਟੀਰੀਅਲ ਡੋਜ਼ਸ ਹੈ। ਔਰ ਉਹ ਜਿਹੜੀ ਫੋਰਸ ਵਾ ਉਹ ਵੀ ਇਮਟੀਰੀਅਲ, ਉਹ ਮਟੀਰੀਅਲ ਨਹੀਂ ਆ, ਉਹ ਇੱਕ ਕਹਿ ਲਓ ਵੀ ਬ੍ਰੇਨ ਦਾ ਸੁਪਰ ਸੌਫਟਵੇਅਰ ਹੀ ਆ, ਉਹ ਡਰੇਨ ਹੁੰਦਾ। ਤੇ ਹੋਮਿਓਪੈਥੀ ਉਹਦੇ ਤੇ ਅਸਰ ਕਰਦੀ ਆ, ਸਰੀਰ ਆਟੋਮੈਟਿਕਲੀ ਠੀਕ ਹੋ ਜਾਂਦਾ। ਇਸੇ ਕਰਕੇ ਹੋਮਿਓਪੈਥੀ ਨੂੰ ਬੈਸਟ ਸਾਇੰਸ ਸੰਸਾਰ ਸਮਝ ਰਿਹਾ ਅੱਜ ਸਾਰੀ ਵਰਲਡ ਦੇ ਵਿੱਚ। ਤੇ ਕਿਉਂਕਿ ਇਹ ਕਿਹੜਾ ਕੋਈ ਉਦਾਂ ਦੀਆਂ ਚੀਜ਼ਾਂ ਆ, ਇਹ ਤਾਂ ਤੁਹਾਡੀਆਂ ਜੜੀ ਬੂਟੀਆਂ ਜਿਹੜੀਆਂ ਕੁਦਰਤ ਦੇ ਵਿੱਚੋਂ ਮਿਲੀਆਂ ਉਹਨਾਂ ਨੂੰ ਡਾਇਨਾਮਿਕ ਤਰੀਕੇ ਨਾਲ ਤਿਆਰ ਕੀਤਾ ਗਿਆ, ਵੀ ਕਿਹੜਾ ਸਮੇਲ ਕਿਹੜੀ ਚੀਜ਼ ਦੇ ਨਾਲ ਆ ਉਹਦੇ ਤਰ੍ਹਾਂ ਬਣਾਇਆ ਗਿਆ। ਤੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਭ ਦੀ। ਕੋਈ ਗੱਲ ਰਹਿ ਗਈ ਹੈ ਸਾਡੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰ ਲਓ, ਕਿਉਂਕਿ ਮੈਨੂੰ ਲੱਗਦਾ ਹੈ ਕਿ ਬਹੁਤ ਕੁਝ ਹਜੇ ਇਸ ਚੀਜ਼ ਦੇ ਵਿੱਚ ਘੋਖਣ ਵਾਲਾ ਆ। ਦੇਖੋ ਜੀ, ਜੇ ਸਲਾਹ ਤਾਂ ਇਹ ਆ ਕਿ ਜੇ ਕਿਸੇ ਬੰਦੇ ਨੂੰ ਮਜੂਸੀ ਆਉਂਦੀ ਆ, ਉਦਾਸੀ ਆਉਂਦੀ ਆ, ਉਹਦੇ ਚੋਂ ਜਲਦੀ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ। ਬਿਲਕੁਲ, ਉਹਨੂੰ ਲੰਮਾ ਨਾ ਲੈ ਕੇ ਚੱਲੋ ਵੀ ਕੋਈ ਨਹੀਂ, ਸੋਚ ਲੈਂਦੇ ਆ 10-20 ਦਿਨ, ਮੰਥਨ ਕਰ ਲੈਂਦੇ ਆ। ਉਹ ਮੰਥਨ ਸਮਝੀ ਜਾਂਦੇ ਆ ਵੀ ਮੈਂ ਇਹਦਾ ਹੱਲ ਕਰ ਰਿਹਾ। ਹੱਲ ਨਹੀਂ ਕਰ ਰਹੇ, ਤੁਸੀਂ ਵਧਾ ਰਹੇ ਹੋ, ਆਪਦੇ ਸਰੀਰ ਨੂੰ ਤੰਗ ਕਰ ਰਹੇ ਹੋ। ਜੇ ਇਹੋ ਜਿਹਾ ਖਿਆਲ ਆਈ ਜਾਂਦਾ ਪਹਿਲਾਂ ਤਾਂ ਨੇਚਰਲ ਤਰੀਕਾ ਜਿਹੜਾ ਦੱਸਿਆ ਤੁਹਾਨੂੰ, ਪਲਾਂਟਸ ਵਾਲਾ, ਪੌਦਿਆਂ ਵਾਲਾ ਕੰਮ ਚ ਰੁੱਝ ਜਾਓ, ਉਧਰ ਧਿਆਨ ਨਾ ਦਿਓ, ਉਹ ਸਮੱਸਿਆ ਨੇ ਆਟੋਮੈਟਿਕਲੀ ਸੋਲਵ ਹੋ ਹੀ ਜਾਣਾ ਹੁੰਦਾ। ਚਾਹੇ ਉਹ ਤੁਹਾਡੀ ਫੈਮਿਲੀ ਪ੍ਰੋਬਲਮ ਹੈ, ਚਾਹੇ ਉਹ ਤੁਹਾਡੀ ਬਿਜ਼ਨਸ ਪ੍ਰੋਬਲਮ ਹੈ, ਚਾਹੇ ਕੋਈ ਹੋਰ ਸੰਸਾਰਕ ਪ੍ਰੋਬਲਮ ਆ, ਉਹਨੇ ਸਮੇਂ ਦੇ ਨਾਲ ਸੋਲਵ ਹੋ ਹੀ ਜਾਣਾ। ਬਿਲਕੁਲ, ਟਾਈਮ ਸਮਾਂ ਉਹ ਨਹੀਂ ਰਿਹਾ ਤੇ ਆ ਵੀ ਨਹੀਂ ਰਹਿਣਾ। ਟਾਈਮ ਇਜ਼ ਗੁੱਡ ਹੀਲਰ। ਸਮਾਂ ਹਰ ਚੀਜ਼ ਦਾ ਇਲਾਜ ਕਰਦਾ। ਬਿਲਕੁਲ, ਔਰ ਤੁਸੀਂ ਉਹ ਸੋਚੋ ਨਾ, ਜੇ ਬਿਲਕੁਲ ਵੀ ਤੁਹਾਡਾ ਕੰਟਰੋਲ ਨਹੀਂ ਹੋ ਰਿਹਾ, ਨਹੀਂ ਚੱਲ ਰਹੀ ਤੁਹਾਡੀ ਮਨ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ, ਤੁਸੀਂ ਹੋਮਿਓਪੈਥਿਕ ਡਾਕਟਰ ਕੋਲ ਜਾਓ। ਉਹ ਸਿੰਪਟਮਸ ਪੁੱਛੇਗਾ, ਤੁਹਾਨੂੰ 2-4 ਸਿੰਪਟਮ ਪੁੱਛੇਗਾ, ਇੱਕ ਪ੍ਰਾਇਮਰੀ ਮੈਡੀਸਨ 2-4 ਦਿਨ ਦੀ ਲੈ ਆਓ। 2-4 ਦਿਨ ਦਵਾਈ ਖਾ ਕੇ ਫੇਰ ਜਾਓ ਉਹਦੇ ਕੋਲ, ਉਹ ਵੀ ਆਹ ਚੀਜ਼ ਠੀਕ ਹੋ ਗਈ, ਆਹ ਨਹੀਂ ਹੋਈ ਅਜੇ, ਇਦਾਂ ਮੈਨੂੰ ਲੱਗਦਾ, ਉਹ ਫੇਰ ਲਵੋ। ਮਤਲਬ ਇਦਾਂ ਕਰਦੇ ਕਰਦੇ 1 ਮਹੀਨਾ 2 ਮਹੀਨੇ ਮੈਡੀਸਨ ਮੈਕਸਿਮਮ ਲੈਣੀ ਪੈ ਸਕਦੀ ਹੈ। ਤੁਸੀਂ ਡਿਪਰੈਸ਼ਨ ਚੋਂ ਨਿਕਲ ਸਕਦੇ ਹੋ। ਕਿਉਂ ਤੁਸੀਂ ਸ਼ਰਾਬ ਦੇ ਵਿੱਚ ਜਾਂ ਨਸ਼ਿਆਂ ਦੇ ਵਿੱਚ ਤੁਸੀਂ ਨਾ ਜਾਓ। ਡਿਪਰੈਸ਼ਨ ਦੇ ਦੌਰਾਨ ਖੁਰਾਕ ਬਿਲਕੁਲ ਸੌਫਟ ਚਾਹੀਦੀ ਹੈ, ਜਿਹੜੀ ਤੁਸੀਂ ਖਾਧੀ ਆ ਫਟਾਫਟ ਡਾਈਜੈਸਟ ਹੋ ਜਾਵੇ, ਔਰ ਤੁਹਾਡਾ ਪੇਟ ਉਦੋਂ ਬਾਅਦ ਪਚਣ ਤੋਂ ਬਾਅਦ ਤੁਹਾਡਾ ਪੇਟ ਸਾਫ਼ ਹੋ ਜਾਵੇ, ਤੁਹਾਨੂੰ ਯੂਰਨ ਔਰ ਪਿਸ਼ਾਬ ਔਰ ਟਾਇਲਟ ਉਹ ਕੰਪਲੀਟ ਆਵੇ, ਫਿਰ ਤੁਸੀਂ ਡਿਪਰੈਸ਼ਨ ਚੋਂ ਜਲਦੀ ਨਿਕਲ ਜਾਓਗੇ। ਇੱਕ ਚੀਜ਼ ਯਾਦ ਰੱਖੋ ਵੀ ਡਿਪਰੈਸ਼ਨ ਵਾਲੇ ਮਰੀਜ਼ ਨੂੰ ਅੱਧਾ ਪੇਟ ਕਦੀ ਸਾਫ਼ ਨਹੀਂ ਹੁੰਦਾ ਹਨਾ। ਉਹ ਕੱਲਾ ਮੈਂ ਦੇਖਿਆ ਤੇ ਕਹਿੰਦੇ ਤ੍ਰਿਫਲਾ ਹੀ ਲੈ ਲਿਆ ਸੀ ਮੈਂ, ਮੇਰਾ ਉਦੋਂ ਡਿਪਰੈਸ਼ਨ ਮੇਰਾ ਘਟ ਗਿਆ ਸੀ। ਆਯੁਰਵੈਦਿਕ ਚ ਤ੍ਰਿਫਲਾ ਹੁੰਦਾ, 3 ਔੜੇ ਹਰ ਪੇਟ, ਉਹ ਕਹਿੰਦਾ ਮੈਂ ਤ੍ਰਿਫਲਾ ਲੈ ਲਿਆ ਸੀ, ਉਦੋਂ ਮੇਰਾ ਡਿਪਰੈਸ਼ਨ ਘਟ ਗਿਆ ਸੀ। ਉਹ 2-4 ਦਿਨ ਰਿਹਾ ਠੀਕ, ਮੁੜ ਕੇ ਫੇਰ ਹੋ ਗਿਆ ਜੀ, ਕਿਉਂਕਿ ਉਹ ਪਰਮਾਨੈਂਟ ਨਹੀਂ ਆ। ਮਤਲਬ ਇਹਦਾ ਮਤਲਬ ਡਿਪਰੈਸ਼ਨ ਵੱਧ ਹੁੰਦਾ ਹਨਾ। ਔਰ ਕਿਉਂਕਿ ਉਹ ਡਾਈਜੈਸ਼ਨ ਹੁੰਦੀ ਨਹੀਂ ਗੀ, ਔਰ ਉਹਨੂੰ ਪ੍ਰੋਬਲਮ ਆਉਂਦੀ ਹੈ। ਫਿਰ ਉਹ ਇਹ ਸਮਝਣਾ ਚਾਹੀਦਾ ਵੀ ਮੈਂ ਸੌਫਟ ਭੋਜਨ ਲੈਣਾ, ਮੈਂ ਹਾਰਡ ਚੀਜ਼ ਨਹੀਂ ਖਾ ਸਕਦਾ। ਮੈਂ ਪਰੌਂਠੇ ਵਗੈਰਾ ਜਾਂ ਤਲੀਆਂ ਹੋਈਆਂ ਚੀਜ਼ਾਂ, ਫਰਾਈ ਚੀਜ਼ਾਂ ਨਹੀਂ ਹੁੰਦਾ।
ਡਾਕਟਰ ਸਾਹਿਬ ਇੱਕ ਸੱਚ ਗੱਲ ਦੱਸਿਓ, ਜਿਹੜੀਆਂ ਚੀਜ਼ਾਂ ਡਾਕਟਰ ਰੋਕਦਾ ਮਨ ਕਿਉਂ ਕਰਦਾ ਖਾਣ ਨੂੰ? ਹੁਣ ਇਹਦਾ ਸਹੀ ਦਿਓ ਉੱਤਰ। ਮਨੁੱਖ, ਮੈਂ ਅੱਗੇ ਵੀ ਕਿਹਾ ਸੀ ਇੱਕ ਪ੍ਰੋਗਰਾਮ 'ਚ, ਮੈਨੂੰ ਯਾਦ ਰਹਿੰਦੀ ਹੈ ਗੱਲ, ਉਮਰ ਮੇਰੀ ਭਾਵੇਂ ਜਿੰਨੀ ਮਰਜ਼ੀ ਹੋ ਗਈ ਆ, ਮੈਂ ਅੱਗੇ ਵੀ ਕਹਿ ਕੇ ਗਿਆ, ਨੈਗੇਟਿਵ ਚੀਜ਼ ਵੱਲ ਨੂੰ ਮਨੁੱਖ ਹਮੇਸ਼ਾ ਹੀ ਜਾਂਦਾ। ਤੁਸੀਂ ਕਿਸੇ ਦੇ ਧੀ ਪੁੱਤ ਬਾਰੇ ਕਹਿ ਦਿਓ ਵੀ ਉਹ ਗਲਤ ਹੈ, ਸਮਾਜ ਸਕਿੰਟ 'ਚ ਮੰਨਦਾ। ਅਗਰ ਤੁਸੀਂ ਕਿਸੇ ਦੀ ਤਾਰੀਫ ਕਰੋ ਵੀ ਇਹ ਬੱਚਾ ਬਹੁਤ ਅੱਛਾ ਵਾ, ਅੱਛਾ ਠੀਕ ਆ, ਉਹਨੂੰ ਅਹਿਮੀਅਤ ਨਹੀਂ ਦਿੰਦਾ। ਨੈਗੇਟਿਵ ਅਪਰੋਚ ਨੂੰ ਸਾਡਾ ਸਮਾਜ ਬਹੁਤ ਸ਼ਰੀਰ ਲੈਂਦਾ। ਜਿਹੜੀ ਚੀਜ਼ ਮਾਈਨਸ ਕਰਤੀ ਤੁਹਾਨੂੰ ਸਮਝਾਤਾ, ਨਹੀਂ ਮੇਰਾ ਤਾਂ ਉਹੀ ਖਾਣ ਨੂੰ ਜੀ ਕਰਦਾ। ਕੱਲ ਮੇਰਾ ਇੱਕ ਬਹੁਤ ਹੀ ਇੰਪੋਰਟੈਂਟ ਕੇਸ ਸੀਗਾ, ਤੇ ਇੰਪੋਰਟੈਂਟ ਕੇਸ ਸੀਗਾ ਮੇਰੀ ਮਤਲਬ ਲਾਈਫ ਦਾ ਉਹ ਅਹਿਮ ਕੇਸ ਆ। ਜੇ ਉਹ ਕੇਸ ਇਦਾਂ ਦੇ ਕੇਸ ਜਦੋਂ ਹੱਲ ਹੁੰਦੇ ਆ ਤੇ ਹੋਮਿਓਪੈਥਿਕ ਡਾਕਟਰ ਲਈ ਬੱਲੇ ਬੱਲੇ ਹੁੰਦੀ ਆ, ਹਨਾ। ਔਰ ਉਹ ਲੜਕੀ ਨੂੰ ਮੈਂ ਕਿਹਾ ਸੀ ਵੀ ਤੂੰ ਭਾਰੀ ਚੀਜ਼ ਨਹੀਂ ਖਾਣੀ, ਔਰ ਤੂੰ ਦਾਲ, ਸਬਜ਼ੀ, ਹਲਵੇ ਦੀ ਸਬਜ਼ੀ, ਟਿੰਡਿਆਂ ਦੀ ਸਬਜ਼ੀ ਤੇ ਇਹੋ ਜਿਹੀ ਛੋਲਿਆਂ ਦੀ ਤਰੀ ਵਗੈਰਾ ਲੈਣੀ। ਕੱਲ ਉਹਨੇ ਸੋਇਆਬੀਨ ਵਗੈਰਾ ਆਲੂ ਪਾ ਕੇ ਖਾ ਲਿਆ ਤੇ ਉਹਨੂੰ ਇੱਕਦਮ ਪ੍ਰੋਬਲਮ ਆਈ। ਫਿਰ ਮੈਂ ਉਹਨੂੰ ਯਾਦ ਦਵਾਇਆ, ਮੈਂ ਕਿਹਾ ਤੈਨੂੰ, ਉਹ ਕਹਿੰਦੀ ਪਰਚੀ ਮੈਂ ਕੱਢੀ, ਉਹਦੇ ਤੇ ਲਿਖਿਆ ਸੀ ਵੀ ਸੋਇਆਬੀਨ ਨਹੀਂ ਖਾਣਾ, ਆਲੂ, ਏਦਾਂ ਦੀਆਂ ਚੀਜ਼ਾਂ ਨਹੀਂ ਖਾਣੀਆਂ, ਪ੍ਰੋਬਲਮ ਆ ਗਈ। ਉਹ ਉਲਟ ਪਾਸੇ ਨੂੰ ਜਾਂਦਾ ਦਿਮਾਗ, ਜਿਹੜੀ ਚੀਜ਼ ਤੋਂ ਰੋਕਿਆ ਉਹੋ ਹੀ ਖਾਣੀ ਹੈ ਉਹਨੇ ਜੀ, ਹਨਾ। ਬਿਲਕੁਲ। ਹਾਂ, ਜਿੱਦਾਂ ਬੱਚਾ ਹੁੰਦਾ ਨਾ, ਬਿਮਾਰ ਬੰਦਾ ਬੱਚੇ ਵਾਂਗੂ ਹੋ ਜਾਂਦਾ, ਉਹ ਨਹੀਂ ਮੈਨੂੰ ਖਾ ਲੈਣ ਦੇ, ਹੁਣ ਮੈਂ ਆਪਣੀ ਦੱਸਦੀ ਆ ਕਿ ਮੈਂ ਤਲੀ ਚੀਜ਼ ਨੂੰ ਬਹੁਤ ਘੱਟ ਹੈ ਨਾ ਹੱਥ ਲਾਉਣੀ ਆ, ਪਰ ਹੋਮਿਓਪੈਥੀ ਡਾਕਟਰ ਤੋਂ ਜਦੋਂ ਦਵਾਈ ਲੈ ਕੇ ਆਂਦੀ, ਉਹਨੇ ਮੈਨੂੰ ਕਿਹਾ ਕਿ ਤਲੀ ਚੀਜ਼ ਚਾਹੇ ਗੋਲ ਗੱਪੇ ਉਹਨੂੰ ਕੁਝ ਨਹੀਂ ਖਾਣਾ। ਉਹ ਜਿੱਦਾਂ ਦਾ ਉਹਨੇ ਕਿਹਾ ਉਦੋਂ ਦਾ ਵੀ ਹੁੰਦਾ ਵੀ ਖਾ ਲਿਆ ਜਾਵੇ, ਕੁਦਰਤੀ ਆ। ਕਿਉਂਕਿ ਚਾਹ ਨੂੰ ਮੈਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਹੱਥ ਹੀ ਨਹੀਂ ਲਾਇਆ, ਤੇ ਉਹਨੇ ਕਿਹਾ ਵੀ ਚਾਹ ਵੀ ਨਹੀਂ ਪੀਣੀ। ਮੈਂ ਕਿਹਾ ਮੈਂ ਤਾਂ ਅੱਗੇ ਨਹੀਂ ਪੀਂਦੀ, ਪਰ ਉਦਨੇ ਜਾ ਕੇ ਗੁਰੂ ਘਰ ਦੇ ਵਿੱਚ ਚਾਹ ਵੀ ਜਾ ਕੇ ਪੀ ਗਈ। ਇਹ ਕੁਦਰਤੀ ਪ੍ਰੋਸੀਜਰ ਦੇ ਵਿੱਚ ਆ ਜਾ ਕੇ ਮਾਈਂਡ ਦੇ ਵਿੱਚ ਬੈਠ ਗਿਆ ਮੈਨੂੰ। ਚਾਹ ਦਾ ਤਰੀਕੇ ਵੀ ਬੜੇ ਆ, ਅਨਬੋਇਲਡ ਚਾਹ ਬਣਾ ਲਓ ਤੁਸੀਂ, ਹਨਾ, ਪਾਣੀ ਤੇ ਦੁੱਧ ਮਿਲਾ ਲਓ, ਉਹਦੇ ਵਿੱਚ ਜੇ ਤੁਲਸੀ ਪਾਣੀ ਆ, ਕੋਈ ਚੀਜ਼ਾਂ ਦੇਸੀ ਚੀਜ਼ਾਂ ਪਾਣੀਆਂ, ਬੜਾ ਫਾਇਦਾ ਦਿੰਦੀਆਂ ਨੇ। ਤੁਲਸੀ ਉਬਾਲੀ ਹੋਈ, ਸੌਂਫ ਉਬਾਲੀ ਹੋਈ, ਇਹ ਬੜਾ ਫਾਇਦਾ ਦਿੰਦੀਆਂ ਨੇ। ਚਾਹ ਦਾ ਫਰਕ ਉਹ ਤੁਸੀਂ ਉਬਾਲ ਲਈ, ਤੇ ਜਦੋਂ ਤੁਸੀਂ ਪੱਤੀ ਪਾਣੀ ਆ ਤੇ ਪੱਤੀ ਪਾਉਣ ਤੋਂ ਪਹਿਲਾਂ ਗੈਸ ਬੰਦ ਕਰ ਦਿਓ, ਭਾਫ ਦੇ ਵਿੱਚ ਉਹਨੂੰ ਬਣਾ ਲਓ। ਦੇਖੋ ਤੁਹਾਡੀ ਬੋਡੀ ਨੂੰ ਫਾਇਦਾ ਹੋਏਗਾ, ਉਹਦਾ ਜੀ ਫਾਇਦਾ ਹੋਏਗਾ। ਅਗਰ ਖੰਡ ਦੀ ਜਗ੍ਹਾ ਉਹਦੇ ਵਿੱਚ ਸ਼ੱਕਰ ਪਾਈ ਹੋਈ ਆ ਜਾਂ ਗੁੜ ਪਾਇਆ ਹੋਇਆ, ਕਹਿਣੇ ਕਿਆ ਸ਼ਹਿਰੀਏ ਤਾਂ ਹੁਣ ਅੱਜ ਕੱਲ ਕਹਿੰਦੇ ਵੀ ਫਲਾਨੀ ਜਗ੍ਹਾ ਦੇ ਉੱਤੇ ਗੁੜ ਦੀ ਚਾਹ ਮਿਲੀ, ਆਨੰਦ ਆ ਗਿਆ ਜੀ। ਬਿਲਕੁਲ, ਸ਼ਹਿਰੀਆਂ ਨੂੰ ਲੱਸੀ ਪਿਲਾ ਦਿਓ ਤਾਂ ਕਹਿੰਦੇ ਹੁੰਦੇ ਇਹਦੇ ਨਾਲ ਦੀ ਰੀਸ ਹੀ ਨਹੀਂ ਆ, ਤਾਂ ਅਸੀਂ ਪਤਾ ਨਹੀਂ ਕਿਹੜਾ ਖੈਰਾ ਸੋਨਾ ਲੈ ਲਿਆ ਨਾ। ਡਾਕਟਰ ਸਾਹਿਬ ਇਹ ਵੀ ਚੀਜ਼ ਆ, ਤੇ ਵੈਸੇ ਕੁਦਰਤੀ ਤੌਰ ਤੇ ਆ ਕਿ ਸਾਨੂੰ ਜਿਹੜੀਆਂ ਚੀਜ਼ਾਂ ਤੋਂ ਅਵੋਇਡ ਕੀਤਾ, ਵਾਰ-ਵਾਰ ਜੇ ਅਸੀਂ ਉਸ ਚੀਜ਼ ਬਾਰੇ ਨਾ ਸੋਚੀਏ ਤਾਂ ਫਿਰ ਧਿਆਨ ਨਹੀਂ ਜਾਂਦਾ, ਹਨਾ। ਜੇ ਸੋਚਾਂਗੇ ਤੇ ਫਿਰ ਧਿਆਨ ਜਾਊਗਾ, ਹਨਾ। ਤੇ ਹੋਮਿਓਪੈਥੀ ਦੇ ਵਿੱਚ ਤੁਸੀਂ ਬੜੇ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਹੋ, ਹਨਾ, ਤੇ ਹਰ ਤਰ੍ਹਾਂ ਦੇ ਹਰ ਪੇਸ਼ੈਂਟ ਦੇ ਲਈ ਹੈਗੀ। ਡਿਪਰੈਸ਼ਨ ਵਾਲੇ ਰੋਗੀ ਨੂੰ ਕਮਜ਼ੋਰੀ ਹੋ ਜਾਂਦੀ ਹੁੰਦੀ ਹੈ, ਤੇ ਉਹਦੇ ਲਈ ਬ੍ਰੇਨ ਟੌਨਿਕ ਵੀ ਹੁੰਦਾ ਹੋਮਿਓਪੈਥੀ ਦੇ ਵਿੱਚ। ਕਾਲੀਫਾਸ ਵਗੈਰਾ ਹੁੰਦੀ ਹੈ, ਚਾਈਨਾ ਤੇ ਨੈਕਸ ਹੁੰਦੀ ਆ, ਉਹ ਅਸੀਂ ਇੱਕ ਗੋਲੀ ਉਹ ਦੇ ਦਈਦੀ ਆ, ਉਹ ਕਾਲੀਫਾਸ ਦੇ ਦਈਦੀ ਆ। ਬ੍ਰੇਨ ਫਟਾਫਟ ਚਾਰਜ ਹੋਣਾ ਸ਼ੁਰੂ ਹੋ ਜਾਂਦਾ ਜੀ, ਉਸੇ ਦਿਨ ਹੀ, ਸੇਮ ਡੇ ਹੀ ਉਹਨੂੰ ਲੱਗਦਾ ਵੀ ਹਾਂ ਵੀ ਮੈਨੂੰ ਆ ਗਿਆ, ਸਕੂਨ ਜਿਹਾ ਆ ਗਿਆ। ਇਹ ਕਮਜ਼ੋਰੀ ਬਹੁਤ ਹੁੰਦੀ ਆ। ਵਿਟਾਮਿਨਸ ਵਗੈਰਾ ਵੀ ਕਈ ਘਟ ਜਾਂਦੇ ਆ, ਸਾਰੀ ਬੋਡੀ ਦੇ ਵਿੱਚ ਵਿਟਾਮਿਨ ਡੈਫੀਸ਼ੀਐਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਦੇ ਦਈਦੇ ਆ, ਉਹ ਜਿਹੜੇ ਐਲੋਪੈਥਿਕ ਸ਼ੌਪ ਤੋਂ ਮਿਲਦੇ, ਉਹ ਕਈ ਦਾ ਲੈ ਕੇ ਤੂੰ ਖਾ ਲਈ। ਸੋ ਕਮਜ਼ੋਰੀ ਨਾ ਹੋਣ ਦੇਵੇ, ਚੰਗੀ ਖੁਰਾਕ ਖਾਵੇ, ਹਨਾ। ਆਦੀ ਖੁਰਾਕ ਦੇ ਵਿੱਚ ਕਟੌਤੀ ਨਾ ਕਰੇ, ਖਾਈ ਜਾਵੇ ਬਸ, ਬਿਲਕੁਲ ਚੰਗਾ ਲੱਗਦਾ ਉਹ ਖਾਵੇ। ਡਿਪਰੈਸ਼ਨ ਚੋਂ ਨਿਕਲੋ, ਸਾਰੇ ਰੋਗਾਂ ਦੀ ਬਸ ਆਪਣਾ ਧਿਆਨ ਵੰਡਦੇ ਰਹੋ, ਆਸੇ ਪਾਸੇ ਕਰਦੇ ਰਹੋ, ਤੇ ਇੱਕੋ ਜਗ੍ਹਾ ਨਾ ਰੱਖੋ, ਤੇ ਫਿਰ ਤੁਸੀਂ ਡਿਪਰੈਸ਼ਨ ਚੋਂ ਨਿਕਲ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਸਭ ਕਿ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਹ ਸਾਂਝ ਪਾਈ, ਤੇ ਅਵਤਾਰ ਰੇਡੀਓ ਦੇ ਵਿਹੜੇ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਡਿਪਰੈਸ਼ਨ ਤੋਂ ਨਿਕਲਣ ਦੇ ਲਈ ਵੱਖ-ਵੱਖ ਤਰੀਕੇ ਹੈ, ਤੁਸੀਂ ਕੋਈ ਵੀ ਅਪਣਾ ਸਕਦੇ ਹੋ, ਹਨਾ। ਤੇ ਆਪਣੇ ਧਿਆਨ ਨੂੰ ਵੰਡੋ, ਖਾਸ ਕਰਕੇ ਇੱਧਰ ਜਾਂ ਉੱਧਰ ਕਿਸੇ ਵੀ ਕੰਮ ਦੇ ਵਿੱਚ ਜ਼ਰੂਰ ਲਾਓ। ਸੋ ਕੱਲ ਮਿਲਦੇ ਆ ਜੀ, ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਨੂੰ ਸਭ ਬਹੁਤ ਬਹੁਤ ਸ਼ੁਕਰੀਆ ਜੀ, ਚੇਚੇ ਤੌਰ ਤੇ ਸਮਾਂ ਕੱਢਿਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਹੱਸਦੇ ਵਸਦੇ ਰਹੋ, ਖੇਡਦੇ ਰਹੋ, ਤੇ ਲਓ ਜੀ ਸੁਣੋ, ਛੱਡ ਕੇ ਜਾ ਰਿਹਾ ਇੱਕ ਬਹੁਤ ਹੀ ਖੂਬਸੂਰਤ ਕਵਿਸ਼ਰੀ ਦੇ ਨਾਲ, ਜਾਣਾ ਕਿਤੇ ਨਹੀਂ ਜੀ।